ਸਮੂਹ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਓ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਹਾਂ ਤੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਮਨਾਉਣ ਹਿੱਤ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 2000 ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ, ਜਿਹੜਾ ਕਿ ਸਾਨੂੰ ਸਾਡੀ ਮਾਤ ਭਾਸ਼ਾ ਉੱਤੇ ਗਰਵ ਕਰਨਾ, ਮਾਣ ਕਰਨਾ ਸਿਖਾਉਂਦਾ ਹੈ ਤੇ ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ ਪੰਜਾਬੀ, ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ। ਹੁਣ ਮੈਂ ਪੰਜਾਬੀ ਸਾਹਿਤ ਸਭਾ ਦੇ ਕਨਵੀਨਰ ਪ੍ਰੋਫੈਸਰ ਜਗਰੂਪ ਕੌਰ ਮੈਮ ਨੂੰ ਸੱਦਾ ਦਿੰਦੀ ਹਾਂ ਕਿ ਉਹ ਆਏ, ਸਾਰੇ ਹੀ ਮਹਾਨ ਸ਼ਖਸੀਅਤਾਂ ਤੇ ਵਿਦਿਆਰਥੀਆਂ ਦਾ ਨੂੰ ਜੀ ਆਇਆਂ ਕਹਿਣ। ਪ੍ਰੋਫੈਸਰ ਜਗਰੂਪ ਕੌਰ ਮੈਮ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਅੱਜ ਆਪਾਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਵਾਸਤੇ ਇਕੱਤਰ ਹੋਏ ਹਾਂ। ਇਸ ਇਕੱਤਰਤਾ ਵਿੱਚ ਵਿਸ਼ੇਸ਼ ਤੌਰ ਤੇ ਕਾਲਜ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਜੀ ਓਬਾ ਆਪਣੇ ਬਿਜੀ ਸ਼ੈਡਿਊਲ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਹਾਜ਼ਰ ਨੇ। ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਜੀ ਆਇਆਂ ਨੂੰ ਆਖਦੀ ਹਾਂ, ਸਰ ਆਪ ਦਾ ਸਵਾਗਤ ਕਰਦੀ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਪ੍ਰਿੰਸੀਪਲ ਸਾਹਿਬ ਪੰਜਾਬੀ ਬੋਲੀ ਨੂੰ ਮਾਣ ਮੱਤਾ ਪਿਆਰ ਕਰਨ ਵਾਲੇ, ਬਹੁਤ ਸਤਿਕਾਰ ਕਰਨ ਵਾਲੇ ਹਨ ਤੇ ਇਹਨਾਂ ਦਾ ਅੱਜ ਇਸ ਸਮੇਂ ਤੇ ਇੱਥੇ ਹਾਜ਼ਰ ਹੋਣਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਤੋਂ ਬਾਅਦ ਮੈਂ ਸਮੂਹ ਸਟਾਫ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਜੀ ਆਇਆਂ ਆਖਦੀ ਹਾਂ ਕਿ ਉਹਨਾਂ ਨੇ ਇਸ ਸਮਾਗਮ ਨੂੰ ਉਲੀਕਣ ਲਈ ਆਪਣੀ ਪੁਰਜ਼ੋਰ ਮਿਹਨਤ ਕੀਤੀ ਹੈ। ਪਿਆਰੇ ਵਿਦਿਆਰਥੀਓ, ਤੁਹਾਨੂੰ ਬਹੁਤ ਅੱਛਾ ਮੌਕਾ ਮਿਲਿਆ ਹੈ ਕਿ ਅੱਜ ਪੰਜਾਬੀ ਬੋਲੀ ਮਾਤ ਭਾਸ਼ਾ ਦੇ ਸੰਬੰਧੀ ਵਿਚਾਰ ਸੁਣਨ ਦਾ, ਤੇ ਤੁਹਾਡਾ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਣ ਤੇ ਮੈਂ ਸਵਾਗਤ ਕਰਦੀ ਹਾਂ, ਜੀ ਆਇਆਂ ਕਹਿੰਦੀ ਹਾਂ। ਕਹਿੰਦੇ ਨੇ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣਗੀਆਂ, ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ ਜਾਣਗੀਆਂ, ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ, ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ। ਮੈਨੂੰ ਲੱਗਦਾ ਹੈ ਕਿ ਆਪਣੀ ਮਾਂ ਬੋਲੀ ਭੁੱਲ ਕੇ ਗੈਰਾਂ ਦੀ ਬੋਲੀ ਬੋਲਣਾ ਗੁਲਾਮੀ ਦੇ ਖੂਹ ਵਿੱਚ ਪਹਿਲਾ ਇੱਕ ਸਟੈਪ ਹੈ, ਪਹਿਲਾ ਇੱਕ ਪੌੜੀ ਹੈ, ਤਾਂ ਕਿ ਅਸੀਂ ਆਪਣੇ ਆਪ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤੀ ਦਿਵਾ ਸਕੀਏ ਤੇ ਪੰਜਾਬੀ ਨਾਲ ਪਿਆਰ ਕਰੀਏ, ਪੰਜਾਬੀ ਦਾ ਸਤਿਕਾਰ ਕਰੀਏ। ਕਿਉਂਕਿ ਹਰ ਵਿਅਕਤੀ ਮੈਨੂੰ ਲੱਗਦਾ ਹੈ ਕਿ ਪੰਜਾਬੀ 'ਚ ਹੀ ਸੋਚਦਾ ਹੈ, ਆਪਣੀ ਮਾਂ ਬੋਲੀ 'ਚ ਹੀ ਸੋਚਦਾ ਹੈ ਤੇ ਆਪਣੀ ਮਾਂ ਬੋਲੀ 'ਚ ਹੀ ਆਪਣੀਆਂ ਕਲਪਨਾਵਾਂ, ਆਪਣੇ ਸੁਪਨੇ ਸਿਰਜਦਾ ਹੈ। ਸੋ ਇਹ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਪੂਰੇ ਹਾਂ, ਅਧੂਰੇ ਹਾਂ। ਆਓ ਪੰਜਾਬੀ ਭਾਸ਼ਾ ਨੂੰ ਪਿਆਰ ਕਰੀਏ। ਤੇ ਮੈਂ ਫੇਰ ਇੱਕ ਵਾਰ ਵਿਸ਼ੇਸ਼ ਤੌਰ ਤੇ ਕਾਲਜ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਜੀ ਓਬਾ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕਰਦੀ ਹਾਂ, ਕਿਉਂਕਿ ਉਹ ਹਮੇਸ਼ਾ ਹੀ ਸਾਨੂੰ ਉਤਸ਼ਾਹਿਤ ਕਰਦੇ ਰਹਿੰਦੇ ਨੇ, ਮਾਂ ਬੋਲੀ ਨਾਲ ਜੋੜਦੇ ਰਹਿੰਦੇ ਨੇ ਤੇ ਸਾਨੂੰ ਅਜਿਹੇ ਸਮਾਗਮ ਉਲੀਕਣ ਲਈ ਸਾਡਾ ਮਾਰਗਦਰਸ਼ਨ ਕਰਦੇ ਰਹਿੰਦੇ ਨੇ। ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਇੱਥੇ ਹਾਜ਼ਰ ਹੋਣ ਤੇ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ, ਸਵਾਗਤ ਕਰਦੀ ਹਾਂ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਮੈਮ। ਹੁਣ ਮੈਂ ਸਾਡੇ ਕਾਲਜ ਦੇ ਪ੍ਰਿੰਸੀਪਲ ਸਰ ਡਾਕਟਰ ਧਰਮਿੰਦਰ ਸਿੰਘ ਓਬਾ ਜੀ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਉਹ ਵਿਦਿਆਰਥੀਆਂ ਨਾਲ ਆ ਕੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ ਤੇ ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬੀ ਸਾਹਿਤ ਸਭਾ ਵੱਲੋਂ, ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ, ਮਾਤ ਭਾਸ਼ਾ ਦੀ ਮਹੱਤਤਾ। ਮੈਂ ਵਿਭਾਗ ਨੂੰ ਇਸ ਗੱਲ ਦੀ ਮੁਬਾਰਕ ਦਿੰਦਾ, ਵਧਾਈ ਦਿੰਦਾ ਕਿ ਉਹਨਾਂ ਨੇ ਇਹ ਸਮਾਗਮ ਉਲੀਕਿਆ ਹੈ। ਮੈਂ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ। ਮੈਂ ਇੱਕ ਦਫਾ ਜਾਪਾਨ ਗਿਆ ਔਰ ਉਹਨਾਂ ਲੋਕਾਂ ਨੂੰ ਉੱਥੇ ਘੁੰਮਦੇ ਫਿਰਦੇ ਵਿਚਰਦੇ ਪੁੱਛਿਆ ਕਿ ਜੇ ਤਿੰਨ ਗੱਲਾਂ ਕੋਈ ਖਾਸ ਤੁਹਾਡੇ ਸਮਾਜ ਦੀਆਂ ਪੁੱਛਣੀਆਂ ਹੋਣ ਤਾਂ ਕਿਹੜੀਆਂ ਨੇ? ਤੁਹਾਡੀ ਤਰੱਕੀ ਦਾ ਰਾਜ। ਸੋਨੀ ਕੰਪਨੀ ਦਾ CEO ਸੀ। ਉਹ
ਉਹ ਕਹਿੰਦਾ ਜੀ ਅਸੀਂ ਆਪਣੀਆਂ 3 ਗੱਲਾਂ ਤੇ ਬਹੁਤ ਮਾਣ ਕਰਦੇ ਹਾਂ, ਫਖਰ ਕਰਦੇ ਹਾਂ। ਇੱਕ ਹੈਗੀ ਹੈ ਸਾਡੀ ਭਾਸ਼ਾ, ਮਾਂ ਬੋਲੀ, ਦੂਜਾ ਸਾਡਾ ਸੱਭਿਆਚਾਰ, ਤੇ ਤੀਜੀ ਸਾਡੀ ਸਿਖਲਾਈ, ਟ੍ਰੇਨਿੰਗ ਪ੍ਰੋਗਰਾਮ। ਅਸੀਂ ਤਰਜੀਹ ਦਿੰਦੇ ਹਾਂ ਆਪਣੀ ਮਾਤ ਭਾਸ਼ਾ ਨੂੰ, ਅਸੀਂ ਗੱਲ ਕਰਦੇ ਹਾਂ ਆਪਣੀ ਮਾਤ ਭਾਸ਼ਾ 'ਚ, ਅਸੀਂ ਅੰਤਰਰਾਸ਼ਟਰੀ ਪੱਧਰ ਤੇ ਵੀ ਵਿਚਰਦੇ ਹਾਂ ਆਪਣੀ ਮਾਤ ਭਾਸ਼ਾ 'ਚ। ਜਿੰਨੇ ਕੁ ਲੋਕਾਂ ਨੂੰ ਕਹਿੰਦਾ ਸਾਡਿਆਂ ਨੂੰ ਅੰਗਰੇਜ਼ੀ ਦੀ ਲੋੜ ਆ, ਉਹਨੇ ਨੂੰ ਸਿਖਾ ਦੇਈਦੀ ਆ। ਸਾਡੇ ਮਾਲ ਦੇ ਵਿੱਚ, ਸਾਡੀ ਪ੍ਰੋਡਕਟ ਦੇ ਵਿੱਚ ਗੁਣਵੱਤਾ ਬਹੁਤ ਆ। ਜਿਹਨੇ ਖਰੀਦਣਾ, ਜਿਹਨੇ ਡੀਲ ਕਰਨਾ, ਉਹ ਸਾਡੇ ਨਾਲ ਸਾਡੀ ਭਾਸ਼ਾ ਜਾ ਕੇ ਗੱਲ ਕਰ ਲੈਂਦਾ। ਮਤਲਬ ਉਹਨੂੰ ਫਖਰ ਸੀ ਕਿ ਅਸੀਂ ਕੁਆਲਿਟੀ ਦੇ ਉੱਤੇ ਖੜੇ ਆ। ਸਾਨੂੰ ਇਹ ਜ਼ਰੂਰੀ ਨਹੀਂ, ਜਿਸ ਤਰ੍ਹਾਂ ਆਮ ਨਾ ਗੱਲ ਚੱਲਦੀ ਹੈ ਕਿ ਜੀ ਗਲੋਬਲਾਈਜੇਸ਼ਨ ਦੀ ਏਜ ਦੇ ਵਿੱਚ, ਫਲਾਣਾ ਝਗੜੇ ਦੇ ਵਿੱਚ ਸਾਨੂੰ ਜਿਹੜੀ ਆ, ਠੀਕ ਆ, ਟੂ ਸਮ ਐਕਸਟੈਂਟ ਸਾਨੂੰ ਉਨੀ ਕੁ ਜ਼ਰੂਰਤ ਪੈਣ ਵਾਲੀ ਆ। ਅਦਰਵਾਈਜ਼ ਕੀ ਆ, ਅਦਰਵਾਈਜ਼ ਉਹ ਕਹਿੰਦਾ ਸੀ ਮਾਤ ਭਾਸ਼ਾ। ਦੂਜਾ ਕਹਿੰਦਾ ਸਾਡਾ ਸੱਭਿਆਚਾਰ, ਸਾਨੂੰ ਬੜਾ ਫਖਰ ਆ, ਕਿਉਂਕਿ ਬੋਲੀ ਤੇ ਸੱਭਿਆਚਾਰ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਨੇ, ਜੜੁੱਤ ਹੈ ਗੱਲ। ਸੱਭਿਆਚਾਰ ਚੋਂ ਅਸੀਂ ਕਹਿ ਦਈਏ ਬੋਲੀ ਦਾ ਜਿਹੜਾ ਹੈ ਸਾਰਾ ਵਿਕਾਸ ਹੁੰਦਾ, ਵਾਧਾ ਹੁੰਦਾ, ਤੇ ਬੋਲੀ ਦੇ ਨਾਲ ਸੱਭਿਆਚਾਰ ਪ੍ਰਫੁੱਲਤ। ਉਹ ਸੱਭਿਆਚਾਰ ਕੀ ਆ, ਤੁਸੀਂ ਹੈਰਾਨ ਹੋਵੋਗੇ, ਕਿਉਂਕਿ ਕਹਿੰਦਾ ਸੱਭਿਆਚਾਰ ਦਾ ਮਤਲਬ ਵਸਤਾਂ ਨਹੀਂ ਹੁੰਦੀਆਂ, ਸੂਖਮ ਤੇ ਜਿਹੜਾ ਸਥੂਲ ਅਸਥੂਲ ਸੱਭਿਆਚਾਰ, ਦੋਨੋਂ ਚੀਜ਼ਾਂ ਬੜੀਆਂ ਮਹੱਤਵਪੂਰਨ ਹੁੰਦੀਆਂ ਨੇ। ਕਈ ਵਾਰੀ ਅਸੀਂ ਸਿਰਫ ਗੱਡੇ ਨੂੰ ਜਾਂ ਚਰਖੇ ਨੂੰ ਜਾਂ ਫੁਲਕਾਰੀ ਨੂੰ ਸੱਭਿਆਚਾਰ ਮੰਨ ਲੈਂਦੇ ਹਾਂ। ਸੱਭਿਆਚਾਰ ਬੜਾ ਵਿਸ਼ਾਲ ਅਰਥਾਂ ਵਾਲਾ, ਵੱਡੀ ਕੈਨਵਸ ਵਾਲਾ ਸ਼ਬਦ ਹੈਗਾ। ਉਹ ਕਹਿੰਦਾ ਸਾਡੇ ਸੱਭਿਆਚਾਰ ਦਾ ਹਿੱਸਾ ਲਾਇਲਟੀ ਹੈਗੀ ਹੈ, ਬਹੁਤ ਵੱਡਾ ਹਿੱਸਾ। ਅਸੀਂ ਵਫਾਦਾਰ ਹਾਂ। ਜਾਪਾਨ ਦੇ ਵਿੱਚ ਜਿੰਨਾ ਚਿਰ ਬੰਦਾ ਆਪ ਨੌਕਰੀ ਨਹੀਂ ਛੱਡਦਾ, ਬਹੁਤੀਆਂ ਇੰਸਟੀਟਿਊਸ਼ਨ 'ਚ ਉਸ ਨੂੰ ਰਿਟਾਇਰ ਨਹੀਂ ਕੀਤਾ ਜਾਂਦਾ। ਔਰ ਜਾਪਾਨ ਦੇ ਵਿੱਚ ਸੰਸਥਾਵਾਂ ਨਹੀਂ ਬਦਲਦੇ ਲੋਕ। ਉਹ ਕਹਿੰਦਾ ਜਿਹੜੀ ਕਿ ਸੰਸਥਾ 'ਚ ਲੱਗੇ, ਸਾਡੀ ਕੋਸ਼ਿਸ਼ ਹੁੰਦੀ ਹੈ ਤਾਂ ਆਪ ਉਸੇ ਸੰਸਥਾ 'ਚ ਕੰਮ ਕੀਤਾ ਜਾਵੇ। ਇਹਦਾ ਮਤਲਬ ਸੰਸਥਾਵਾਂ ਵੀ ਪੂਰੀ ਟੇਕ ਕੇਅਰ ਕਰਦੀਆਂ ਨੇ ਤੇ ਬੰਦੇ ਵੀ ਜੁੜੇ ਹੋਏ। ਇਹ ਵੀ ਕਿਹਾ ਜਾਂਦਾ ਕਿ ਵਫਾਦਾਰੀ ਦਾ, ਦੇਸ਼ ਪ੍ਰਤੀ ਵਫਾਦਾਰੀ ਦਾ ਜੇ ਸਭ ਤੋਂ ਵੱਡਾ ਗ੍ਰਾਫ ਹੈਗਾ ਉਹ ਜਾਪਾਨ 'ਚ ਆ। ਉਹ ਸਭ ਤੋਂ ਪਹਿਲਾਂ ਆਪਣੇ ਦੇਸ਼ ਨੂੰ ਪਿਆਰ ਕਰਦੇ ਨੇ, ਫਿਰ ਆਪਣੀ ਸੰਸਥਾ ਨੂੰ ਕਰਦੇ ਨੇ, ਤੀਜੇ ਨੰਬਰ ਤੇ ਉਹਨਾਂ ਦਾ ਨਿੱਜ ਆਉਂਦਾ, ਸਵੈ ਆਉਂਦਾ। ਸਾਡਾ ਜਿਹੜਾ ਸੱਭਿਆਚਾਰ ਹੈਗਾ, ਸਾਨੂੰ ਵੱਡੇ ਵੱਡੇ ਭੂਤ ਵਾਲੇ ਨਹੀਂ ਚਾਹੀਦੇ। ਤੁਸੀਂ ਜਾਪਾਨ 'ਚ ਜਾਓਗੇ, ਤੁਹਾਨੂੰ ਬਹੁਤ ਗਿਣਤੀ ਘਰ ਛੋਟੇ ਛੋਟੇ ਮਿਲਣਗੇ। ਕਹਿੰਦਾ ਅਸੀਂ ਕਹਿੰਦੇ ਘਰ ਦੇ ਵਿੱਚ 2 ਬੰਦਿਆਂ ਨੇ, 4 ਬੰਦਿਆਂ ਨੇ, 5 ਬੰਦਿਆਂ ਨੇ ਰਹਿਣਾ, ਤੇ ਉਨੀ ਕੁ ਲੋੜ ਮੁਤਾਬਕ ਬਣਾਉਂਦੇ ਆ। ਆਪਾਂ ਇੱਥੇ ਏਡੇ ਏਡੇ ਵੱਡੇ, ਕਈ ਵਾਰੀ ਕਈ ਬੰਦਿਆਂ ਦਾ ਸੁਣਦੇ ਵੀ ਬੰਦੇ 3 ਨਹੀਂ ਜੀ, 2 ਏਕੜ 'ਚ ਬਣਾਇਆ ਜੀ ਮਹਿਲ ਪੂਰਾ, 15 ਬੈਡਰੂਮ ਦੇ ਵਿੱਚ, 3 ਡਰਾਇੰਗ ਰੂਮ ਨੇ, 4 ਰਸੋਈਆਂ ਨੇ। ਕਹਿੰਦੇ ਸਾਨੂੰ ਇਹਦੀ ਕੋਈ ਜ਼ਰੂਰਤ ਨਹੀਂ ਕਰਦੀ। ਜਾਪਾਨ 'ਚ ਵੱਡੀਆਂ ਗੱਡੀਆਂ ਬਣਦੀਆਂ ਨੇ, ਜਾਪਾਨੀ ਗੱਡੀਆਂ ਦਾ ਵੀ ਕੋਈ ਮੁਕਾਬਲਾ ਨਹੀਂ। ਤੇ ਜਾਪਾਨ ਦੇ ਵਿੱਚ ਤੁਹਾਨੂੰ 90% ਜਾਪਾਨ ਸਾਈਕਲਾਂ ਤੇ ਮਿਲੂਗਾ। ਉਹ ਕਹਿੰਦੇ ਅਸੀਂ ਇਸ ਗੱਲ 'ਚ ਵਿਸ਼ਵਾਸ ਕਰਦੇ ਹਾਂ ਕਿ ਪਹਿਲੇ ਨੰਬਰ ਤੇ ਸਿਹਤ ਆ, ਤੰਦਰੁਸਤ ਜੀਵਨ ਆ। ਤੁਹਾਨੂੰ ਤੁਸੀਂ ਮਤਲਬ ਸੱਚ ਜਾਣੋ, ਮੈਨੂੰ ਜਾਪਾਨ 'ਚ ਜਿੰਨਾ ਮੈਂ ਘੁੰਮਿਆ, ਫਿਰ ਮੈਨੂੰ ਇੱਕ ਵੀ ਇਹੋ ਜਿਹਾ ਚਿਹਰਾ ਨਹੀਂ ਦਿਸਿਆ ਜਿਹਦੇ ਕੋਈ ਸ਼ਿਕਨ ਹੋਵੇ ਜਾਂ ਉਦਾਸੀ ਹੋਵੇ। ਖੁਸ਼ੀ ਨਾਲ ਮਿਲਦੇ ਨੇ। ਮੈਂ ਕਿਹਾ ਯਾਰ ਕਮਾਲ। ਇੱਥੇ ਤਾਂ ਕਈ ਵਾਰੀ ਸਾਡੇ ਕੋਲੇ ਸਾਰਾ ਕੁਝ ਹੁੰਦਾ, ਸਾਡੇ ਚਿਹਰੇ ਵੀ ਰੁੱਸੇ ਹੋਏ, ਸਾਡੇ ਮਨ ਵੀ ਰੁੱਸੇ ਹੋਏ, ਸਾਡੇ ਮੱਥੇ ਵੀ ਰੁੱਸੇ ਹੋਏ। ਅਸੀਂ ਆਪਣੇ ਮੱਥਿਆਂ ਤੋਂ ਹੀ ਜ਼ਾਹਰ ਕਰ ਦਿੰਦੇ ਆ ਕਿ ਅਸੀਂ ਤਾਂ ਸ਼ਿਕਵਿਆਂ ਭਰਪੂਰ ਹੈਗੇ ਆ, ਸ਼ਿਕਾਇਤਾਂ ਭਰਪੂਰ ਹੈਗੇ ਆ, ਨਿਰਾਸ਼ਾ ਦੇ ਵਿੱਚ ਉਲਝੇ ਫਿਰਦੇ ਆ। ਔਰ ਜਾਪਾਨ ਦੇ ਵਿੱਚ ਜਿਹੜੀ ਐਵਰੇਜ ਏਜ ਆ, ਕਿਤੇ ਉਹ ਵੀ ਐਨਾਲਿਸਿਸ ਕਰਿਓ, ਬੜੀ ਲੰਬੀ ਹੈਗੀ ਹੈ। ਮਤਲਬ ਦੇਖੋ ਕਿ ਕਿੱਥੋਂ ਸਾਰਾ ਕੁਝ ਬਣਿਆ, ਉਹਨਾਂ ਦੇ ਸੱਭਿਆਚਾਰ, ਉਹਨਾਂ ਦੀ ਸੋਚ, ਉਹਨਾਂ ਦੀ ਬੋਲੀ। ਤੇ ਤੀਜਾ ਉਹ ਕਹਿੰਦੇ ਸਾਡੇ ਐਵਰੀਡੇ, ਜੇ ਸਾਡੀ ਸੰਸਥਾ ਹੈਗੀ ਆ ਨਾ, ਜੇ 365 ਦਿਨ ਨੇ, 365 ਦਿਨਾਂ 'ਚ ਘੱਟੋ ਘੱਟ 365 ਸਿਖਲਾਈ ਪ੍ਰੋਗਰਾਮ ਹੋਣਗੇ। ਔਰ ਸਿਖਲਾਈ ਪ੍ਰੋਗਰਾਮ ਇਹ ਜ਼ਰੂਰੀ ਨਹੀਂ ਵੀ 300 ਬੰਦੇ ਦੇ ਹੋ ਰਿਹਾ, ਕਿਤੇ ਕੋਈ 5 ਬੰਦੇ ਬੈਠੇ ਆ, ਕਿਤੇ ਕੋਈ। ਉਹ ਕਹਿੰਦੇ ਸਾਨੂੰ ਲੱਗਦਾ ਕਿ ਹਰ ਰੋਜ਼ ਸਿੱਖਣਾ, ਸਿੱਖਦੇ ਰਹਿਣਾ ਜ਼ਰੂਰੀ ਹੈ। ਸੋ ਮਾਤ ਭਾਸ਼ਾ ਦੀ ਅਹਿਮੀਅਤ ਅਸੀਂ ਇਸ ਗੱਲ ਤੋਂ ਲਗਾ ਸਕਦੇ ਹਾਂ। ਤੁਹਾਡੇ ਚੋਂ ਕਈਆਂ ਨੇ ਪੜ੍ਹੀ ਹੋਣੀ ਹੈ ਮੇਰਾ ਦਾਗਿਸਤਾਨ ਰਸੂਲ ਹਮਜ਼ਾ ਤੌਰ ਦੀ, ਉਹਨੂੰ ਵਾਰਤਕ ਦਾ ਬੜਾ ਕਮਾਲ ਦਾ ਨਮੂਨਾ ਆਖਿਆ ਜਾਂਦਾ। ਉਹ ਇਹ ਕਹਿੰਦਾ ਕਿ ਜੇ
ਗਾਲ ਕੱਢਣੀ ਹੋਵੇ ਨਾ, ਜਦੋਂ ਦਾਗਸਤਾਨ ਦੀ ਗੱਲ ਕਰਦਾ ਕਹਿੰਦਾ ਕਿਸੇ ਨੂੰ ਗਾਲ ਕੱਢਣੀ ਹੋਵੇ ਤਾਂ ਉਹਦੀ ਗਾਲ ਇਹ ਬਹੁਤ ਵੱਡੀ ਹੈ ਵੀ ਤੈਨੂੰ ਤੇਰੀ ਮਾਂ ਬੋਲੀ। ਬਟ ਮੈਨੂੰ ਇਹ ਲੱਗਦਾ ਹੁੰਦਾ ਜੇ ਇਹ ਖੋਜਾਂ ਹੋਈਆਂ ਨੇ ਕਿ ਜਿਸ ਬੰਦੇ ਦੀ ਮਾਂ ਬੋਲੀ ਤੇ ਪਰਪੱਕਤਾ ਹੋ ਗਈ ਉਹ ਬੰਦਾ ਚਾਹੇ 500 ਭਾਸ਼ਾਵਾਂ ਸਿੱਖ ਲਵੇ। ਪਰ ਸਾਡੀ ਤਰਾਸਦੀ ਕੀ ਆ ਕਿ ਅਸੀਂ ਅਜੇ ਤੱਕ ਬਹੁਤ ਗਿਣਤੀ ਦੂਜੀਆਂ ਭਾਸ਼ਾਵਾਂ ਦਾ ਜੋ ਵੀ ਚੀਜ਼ ਹੈ ਉਹ ਪੰਜਾਬੀ ਚ ਲਿਆ ਨਹੀਂ ਸਕੇ। ਚਾਹੇ ਵਿਗਿਆਨ ਤਾਂ ਜਿਹੜੀ ਨਾਮ ਮਾਤਰ ਆਈ ਹੈ, ਵਿਗਿਆਨ ਛੱਡੋ, ਖੇਤੀਬਾੜੀ, ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ, ਖੇਤੀਬਾੜੀ ਦੀ ਕੋਈ ਜਿਹੜੀ ਮਿਆਰੀ ਕਿਤਾਬ ਆ ਉਹ ਪੰਜਾਬੀ ਚ ਨਹੀਂ ਹੈਗੀ। ਮੈਂ 1990 ਦੇ ਵਿੱਚ ਕੰਪਨੀ ਲਾਅ ਦਾ ਸਬਜੈਕਟ ਸੀ, ਬੜਾ ਟੈਕਨੀਕਲ ਸੀ, ਆਇਆ ਤਾਂ ਫਸਟ ਵਾਰ ਕਾਮਰਸ ਦੇ ਵਿੱਚ ਅਸੀਂ 1990 ਚ ਪੰਜਾਬੀ ਯੂਨੀਵਰਸਿਟੀ ਨੂੰ ਕੰਪਨੀ ਕਾਨੂੰਨ ਨਾਮਕ ਕਿਤਾਬ ਬਣਾ ਕੇ ਦਿੱਤੀ। ਕੁਝ ਮਿਲ ਜਾਂਦੇ ਆ ਸ਼ਬਦ, ਕੁਝ ਸ਼ਬਦ ਮਿਲ ਜਾਂਦੇ ਨੇ, ਕੁਝ ਸ਼ਬਦ ਸਾਨੂੰ ਅਡਾਪਟ ਕਰਨੇ ਪੈਂਦੇ ਨੇ, ਉਹਨਾਂ ਨੂੰ ਐ ਸੱਚ ਮਤਲਬ ਸਪੋਜ਼ ਅਸੀਂ ਗੱਲ ਕਰਦੇ ਨਾ, ਆਪਾਂ ਆਮ ਹੀ ਕਹਿੰਦੇ ਆ ਪਿੰਡ 'ਚ ਵੀ ਜਾ ਕੇ ਜੇ ਕੋਈ ਬੰਦਾ ਵੀ ਮੈਂ ਜੀ ਰਜਿਸਟਰੀ ਕਰਾਉਣ ਚੱਲੇ, ਹੁਣ ਰਜਿਸਟਰੀ ਕੋਈ ਪੰਜਾਬੀ ਦਾ ਸ਼ਬਦ ਤਾਂ ਹੈ ਨਹੀਂ ਸੀ, ਪਰ ਰਜਿਸਟ੍ਰੇਸ਼ਨ ਤੋਂ ਰਜਿਸਟਰੀ ਬਣ ਕੇ ਰਜਿਸਟਰੀ ਸ਼ਬਦ ਵੀ ਹੈਗਾ ਅੰਗਰੇਜ਼ੀ ਦਾ, ਉੱਥੋਂ ਸਾਡੇ ਕੋਲੇ ਸ਼ਬਦ ਬਣ ਗਏ। ਥੋੜਾ ਜਿਹਾ ਲਚਕਦਾਰ ਸਾਨੂੰ ਹੋਣਾ ਪਊਗਾ ਕਿ ਜਿਹੜੇ ਸ਼ਬਦ ਸਾਡੀ ਆਮ ਬੋਲੀ ਦੇ ਸ਼ਬਦ ਬਣ ਗਏ। ਹੁਣ ਕਾਲਜ ਸ਼ਬਦ ਕਿੰਨਾ ਕਾਮਨ ਆ ਸਾਡਾ, ਕਾਲਜ ਸ਼ਬਦ ਕੋਈ ਸਾਡਾ ਪੰਜਾਬੀ ਦਾ ਸ਼ਬਦ ਨਹੀਂ ਹੈਗਾ। ਤਾਂ ਸਾਨੂੰ ਕੋਈ ਇਦਾਂ ਦੇ ਕੰਮ ਕਰਨੇ ਪੈਣਗੇ, ਇਦਾਂ ਦੇ, ਨਹੀਂ ਤਾਂ ਬਾਕੀ ਤਾਂ ਚੱਲੀ ਜਾਣਾ ਹੈ ਨਾ। ਜਿਹੜਾ ਪੰਜਾਬੀ ਵਾਲਾ ਸਾਹਿਤ ਉਹ ਪੰਜਾਬੀ ਵਾਲਿਆਂ ਨੇ ਰਚੀ ਜਾਣਾ, ਕਵਿਤਾਵਾਂ ਹਰ ਬੰਦੇ ਲਿਖੀ ਜਾ ਰਿਹਾ, ਆਪਣੀਆਂ ਕਿਤਾਬਾਂ ਛਪਾਈ ਜਾ ਰਿਹਾ, ਹੋਰ ਉਹਦੇ ਨਾਲੋਂ ਸਾਨੂੰ ਕੁਝ ਇਹੋ ਜਿਹੇ ਪਾਏਦਾਰ ਕੰਮ ਕਰਨੇ ਪੈਣਗੇ ਜਿਹਦੇ ਨਾਲ ਸਾਡੀ ਭਾਸ਼ਾ ਦਾ ਵਿਕਾਸ ਹੋ ਜਾਵੇ। ਮਾਂ ਬੋਲੀ ਬੜੀ ਰਿਚ, ਔਰ ਸਾਡੀ ਮਾਂ ਬੋਲੀ ਨੂੰ ਦੇਖੋ, ਮੈਨੂੰ ਨਹੀਂ ਪਤਾ, ਕਈ ਬੰਦੇ ਕਹਿੰਦੇ ਬੜਾ ਖਤਰਾ ਇਹ ਉਹ, ਜਿਸ ਬੋਲੀ ਦੇ ਵਿੱਚ, ਜਿਸ ਲਿਪੀ ਦੇ ਵਿੱਚ, ਜਿਸ ਕੌਮ ਦੇ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਉਹ ਬੋਲੀ ਕਦੇ ਖਤਮ ਨਹੀਂ ਹੋ ਸਕਦੀ। ਦੁਨੀਆ ਦੇ ਵਿੱਚ, ਸਾਰੀ ਦੁਨੀਆ 'ਚ ਪੰਜਾਬੀ ਬੈਠੇ ਨੇ, ਉਹ ਭਾਸ਼ਾ ਕਦੇ ਖਤਮ ਨਹੀਂ ਹੋ ਸਕਦੀ। ਕਈ ਵਾਰੀ ਕੁਝ ਇਹੋ ਜਿਹੇ ਛੁਪੇ ਹੋਏ ਤੱਥ ਹੁੰਦੇ ਨੇ ਜਿਹੜੇ ਇਸ ਗੱਲ ਦਾ ਪ੍ਰਚਾਰ ਕਰਨ ਤੇ ਜ਼ੋਰ ਲਾਉਂਦੇ ਨੇ ਕਿ ਇਹ ਭਾਸ਼ਾ ਨੂੰ ਖਤਰਾ, ਇਹ ਕੌਮ ਨੂੰ ਖਤਰਾ, ਇਸ ਮਜ਼ਹਬ ਨੂੰ ਖਤਰਾ, ਇਸ ਸੱਭਿਆਚਾਰ ਨੂੰ ਖਤਰਾ। ਸਾਡਾ ਸੱਭਿਆਚਾਰ, ਪਰਸੋਂ ਚੌਥੇ ਆਏ ਸੀ, ਤੁਸੀਂ ਪੜ੍ਹੀ ਹੋਣੀ ਹੈ ਕਿ ਪੰਜਾਬੀ ਤਾਂ 5000 ਸਾਲ ਪੁਰਾਣੀ ਭਾਸ਼ਾ ਹੈਗੀ ਹੈ। ਕੁਝ ਭਾਸ਼ਾ ਵਿਗਿਆਨੀਆਂ ਨੇ ਤੱਥ ਕੱਢੇ ਨੇ, ਭੱਟ ਬਈਆਂ ਦੀ ਕੋਈ ਗੱਲ ਕਰਦੇ ਸੀ ਪੁਰਾਣੀ, ਕਿ ਉਹਨਾਂ ਦੇ ਵਿੱਚ ਵੀ ਸਾਡੇ ਸੰਕੇਤ ਜਿਹੜੇ ਨੇ ਮਿਲਦੇ ਆ। ਸੋ ਇਸ ਕਰਕੇ ਸਿਰਫ ਮਕਸਦ ਇਹ ਹੈ ਕਿ ਇਹਦੇ ਵਿਕਾਸ ਵੱਲ ਨੂੰ ਵਧੀਏ, ਉਹ ਸਰੋਤ ਲੱਭੇ ਜਾਣ, ਉਹਨਾਂ ਸਰੋਤਾਂ ਤੋਂ ਅੱਗੇ ਵੱਧ ਕੇ ਗੱਲ ਜਿਹੜੀ ਹੈ ਕੀਤੀ ਜਾਵੇ। ਸੋ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਪੰਜਾਬੀ ਵਿਭਾਗ ਨੂੰ, ਸਾਹਿਤ ਸਭਾ ਨੂੰ, ਜਿਨ੍ਹਾਂ ਨੇ ਪ੍ਰੋਗਰਾਮ ਲਿਖਿਆ। ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਸਰ, ਤੁਸੀਂ ਬਹੁਤ ਹੀ ਕੀਮਤੀ ਵਿਚਾਰਾਂ ਦੀ ਸਾਂਝ ਹੈ ਜਿਹੜੀ ਉਹ ਵਿਦਿਆਰਥੀਆਂ ਨਾਲ ਪਾਈ। ਤੁਸੀਂ ਜਿਹੜੀ ਜਾਪਾਨੀਆਂ ਦੇ ਜੀਵਨ ਦੀ ਉਦਾਹਰਨ ਦਿੱਤੀ, ਬਾਕਮਾਲ ਸਰ, ਤੇ ਵਿਦਿਆਰਥੀ ਵੀ ਬਹੁਤ ਕੁਝ ਸਿੱਖਣਗੇ ਕਿ ਅਸੀਂ ਆਪਣੀ ਮਾਤ ਭਾਸ਼ਾ ਉੱਤੇ ਕਿਵੇਂ ਗਰਵ ਕਰੀਏ ਤੇ ਕਿਵੇਂ ਆਪਣੀ ਜ਼ਿੰਦਗੀ ਨੂੰ ਸ਼ਿਕਵੇ ਸ਼ਿਕਾਇਤਾਂ ਤੋਂ ਦੂਰ ਰੱਖ ਕੇ ਚੰਗਾ ਜੀਵਨ ਜਿਉਣ ਦਾ ਸਲੀਕਾ ਸਿੱਖੀਏ। ਬਹੁਤ ਬਹੁਤ ਸ਼ੁਕਰੀਆ ਸਰ। ਹੁਣ ਸਾਡੇ ਦਰਮਿਆਨ ਸਾਡੇ ਦੋ ਮੁੱਖ ਵਕਤਾ ਡਾਕਟਰ ਦਵਿੰਦਰ ਸਿੰਘ ਤੇ ਡਾਕਟਰ ਸਰਬਜੀਤ ਸਿੰਘ ਮੌਜੂਦ ਹਨ। ਪਹਿਲਾਂ ਮੈਂ ਡਾਕਟਰ ਦਵਿੰਦਰ ਸਿੰਘ ਜੀ ਨੂੰ ਸੱਦਾ ਦਿੰਦੀ ਹਾਂ ਕਿ ਉਹ ਆ ਕੇ ਵਿਦਿਆਰਥੀਆਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ। ਡਾਕਟਰ ਦਵਿੰਦਰ ਸਿੰਘ। ਪ੍ਰਿੰਸੀਪਲ ਸਾਹਿਬ, ਸਾਹਿਤ ਸਭਾ ਦੇ ਕਨਵੀਨਰ ਪ੍ਰੋਫੈਸਰ ਜ਼ਗਰੂਮੈਨ, ਡਾਕਟਰ ਸਰਬਜੀਤ ਸਿੰਘ, ਮੇਰੇ ਅਧਿਆਪਕ ਸਾਥੀ ਤੇ ਪਿਆਰੇ ਵਿਦਿਆਰਥੀਓ, ਗੁਰੂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਾਂ ਸ਼ੁਰੂ ਹੋ ਹੀ ਗਈਆਂ ਤਾਂ ਪ੍ਰਿੰਸੀਪਲ ਸਾਹਿਬ ਨੇ ਕਾਫੀ ਵਿਸਥਾਰ ਦੇ ਵਿੱਚ ਭਾਸ਼ਾ ਦੇ ਬਾਬਤ ਸਾਡੇ ਨਾਲ ਗੱਲਬਾਤ ਕੀਤੀ। ਸੋ ਮੇਰਾ ਗੱਲਬਾਤ ਕਰਨ ਤੋਂ ਕੋਈ ਵੱਖਰੀ ਨਹੀਂ, ਉਹਨਾਂ ਦੇ ਲੈਕਚਰ ਦੀਆਂ ਕੁਝ ਇਨਸਾਈਟਸ ਜਿਹੜੀਆਂ ਨੇ ਉਹਨਾਂ ਨੂੰ ਖੋਲਣ ਦੀ ਕੋਸ਼ਿਸ਼ ਕਰਾਂਗਾ। ਮੈਂ ਲਿਆਇਆ ਤਾਂ ਲੈਕਚਰ ਥੋੜਾ ਜਿਹਾ ਹੋਰ ਸਿਸਟਮ 'ਚ ਸੀਗਾ, ਪਰ ਹੁਣ ਸਰ ਦੀ ਗੱਲ ਸੁਣਨ ਤੋਂ ਬਾਅਦ ਚ ਲੱਗਿਆ ਕਿ ਨਹੀਂ, ਗੱਲ ਉੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੇ ਕੋ ਸਰ ਜਿੱਥੋਂ ਖਤਮ ਨਹੀਂ ਪਤਾ, ਜਿਹੜੀਆਂ ਛੇੜ ਕੇ ਗਏ ਨੇ ਥੋੜਾ ਜਿਹਾ ਉਹਨਾਂ 'ਚ ਵਾਧਾ ਕਰਾਂਗਾ। ਜ਼ਬਾਨ ਦੀ ਗੱਲ ਕੀਤੀ ਤਾਂ
ਮੈਨੂੰ ਇੱਕ ਲੇਖਕ ਯਾਦ ਆ ਰਿਹਾ ਸੀ ਪੰਜਾਬੀ ਦਾ, ਉਹ ਕਹਿੰਦਾ ਕਿ ਇੱਕ ਵਾਰ ਜਾਪਾਨ ਤੋਂ ਸ਼ੁਰੂ ਕਰ ਲੈਣਾ ਗੱਲ, ਕਿ ਜਾਪਾਨ ਦੇ ਵਿੱਚ ਇੱਕ ਕੋਈ ਸੈਮੀਨਾਰ ਹੋਣਾ ਸੀ ਤੇ ਉੱਥੇ ਉਹਨਾਂ ਨੇ ਦੁਨੀਆ ਭਰ ਤੋਂ ਡੈਲੀਗੇਟ ਸੱਦ ਲਏ। ਪੰਜਾਬੀ ਦੇ ਕੁਝ ਲੇਖਕ ਵੀ ਗਏ। ਕਹਿੰਦਾ ਜਦੋਂ ਅਸੀਂ 에ਅਰਪੋਰਟ ਤੇ ਗਏ ਤਾਂ ਸਾਨੂੰ ਸਵਾਗਤ ਕਰਨ ਵਾਲੀ ਜਿਹੜੀ ਕਮੇਟੀ ਸੀ ਉਹ 에ਅਰਪੋਰਟ ਤੇ ਹੀ ਸਾਡੇ ਕੋਲ ਪਹੁੰਚ ਗਈ। ਤਾਂ ਉਹਨਾਂ ਨੇ ਸਾਡੇ ਅੱਗੇ ਇੱਕ ਆਫਰ ਰੱਖੀ 에ਅਰਪੋਰਟ ਤੇ ਕਿ ਤੁਹਾਡੇ ਰਹਿਣ ਲਈ ਜਿਹੜਾ ਪ੍ਰਬੰਧ ਹੈ ਅਸੀਂ ਹੋਟਲਾਂ ਵਿੱਚ ਵੀ ਕੀਤਾ ਤੇ ਘਰਾਂ ਵਿੱਚ ਵੀ ਕੀਤਾ। ਸਾਡੇ ਕਹਿੰਦੇ ਜਾਪਾਨੀ ਲੋਕ ਮਹਿਮਾਨ ਨਿਵਾਜ਼ ਨੇ ਤੇ ਉਹ ਚਾਹੁੰਦੇ ਨੇ ਕਿ ਜਿਹੜੇ ਵਿਦੇਸ਼ੀ ਪਰੌਣੇ ਆਉਣ ਉਹ ਹੋਟਲਾਂ 'ਚ ਨਾ ਰੁਕਣ, ਸਾਡੇ ਘਰਾਂ ਦੇ ਵਿੱਚ ਜਿਹੜਾ ਹੈ ਤੁਸੀਂ ਠਹਿਰੋ, ਜਿਹੜੇ ਵੀ 5-7 ਦਿਨ ਤੁਸੀਂ ਰਹਿਣਾ ਉਸ ਘਰ ਦੇ ਵਿੱਚ ਰਹੋਗੇ, ਉਹ ਤੁਹਾਡੀ ਕੇਅਰ ਕਰਨਗੇ। ਕਹਿੰਦਾ ਸਾਨੂੰ ਵੀ ਬੜਾ ਚੰਗਾ ਲੱਗਿਆ ਕਿ ਹੋਟਲ ਤਾਂ ਜਿੱਥੇ ਵੀ ਚਲੇ ਜਾਓ ਲਗਭਗ ਹਰ ਇੱਕੋ ਤਰ੍ਹਾਂ ਦੇ ਹੀ ਉਹੀ ਖਾਣੇ ਉਹੀ ਚੀਜ਼ਾਂ। ਬੈਸਟ ਵੇ ਇਹ ਹੈ ਕਿ ਚੰਗਾ ਲੱਗਿਆ ਸਾਨੂੰ ਕਿ ਅਸੀਂ ਕਿਸੇ ਦੇ ਘਰ 'ਚ ਜਾਪਾਨ ਦੇ ਵਿੱਚ ਰਹਾਂਗੇ। ਕਹਿੰਦਾ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਘਰ ਦੇ ਵਿੱਚ ਰਹਾਂਗੇ। ਉਹਨਾਂ ਨੇ ਕਹਿੰਦਾ ਸਾਨੂੰ ਵੱਖ-ਵੱਖ ਘਰਾਂ ਦੇ ਵਿੱਚ ਛੱਡ ਦਿੱਤਾ। ਜਿਹੜਾ ਲੇਖਕ ਇਹ ਗੱਲ ਸੁਣਾ ਰਿਹਾ ਸੀ ਉਹ ਕਹਿੰਦਾ ਕਿ ਜਿਸ ਘਰ ਦੇ ਵਿੱਚ ਮੈਨੂੰ ਛੱਡਿਆ ਗਿਆ ਉੱਥੇ 2 ਬੱਚੇ ਸੀ, ਉਹਨਾਂ ਦੇ ਮੀਆਂ ਬੀਬੀ ਸੀਗੇ ਤੇ ਬੱਚੇ ਪੜ੍ਹਨ ਜਾਂਦੇ ਸੀ, ਮੀਆਂ ਬੀਬੀ ਵਰਕਿੰਗ ਸੀਗੇ। ਉਹਨਾਂ ਨੇ ਜਾਂਦਿਆਂ ਨੇ ਇੱਕ ਘਰ ਦੀ ਚਾਬੀ ਮੈਨੂੰ ਦੇ ਦਿੱਤੀ। ਕਹਿੰਦੇ ਮਿਸਟਰ ਸਿੰਘ ਤੁਸੀਂ ਜਦੋਂ ਵੀ ਆਉਣਾ ਹੈ ਜਦੋਂ ਵੀ ਜਾਣਾ ਹੈ ਤੁਸੀਂ ਆ ਚਾਬੀ ਤੁਹਾਡੇ ਕੋਲ ਹੈ, ਤੁਸੀਂ ਘਰ ਦੇ ਵਿੱਚ ਆ ਸਕਦੇ ਹੋ। ਖਾਣ ਪੀਣ ਦਾ ਸਾਰਾ ਸਮਾਨ ਦੱਸਤਾ, ਰਸੋਈ ਦੱਸ ਦਿੱਤੀ, ਆਪਣਾ ਸਾਰਾ ਕੁਝ। ਤੇ ਸ਼ਾਮ ਨੂੰ ਕਹਿੰਦਾ ਹਮੇਸ਼ਾ ਹੀ ਅਸੀਂ ਇੱਕ ਟੇਬਲ ਤੇ ਬਹਿ ਕੇ ਰੋਟੀ ਪਾਣੀ ਖਾਂਦੇ। ਹੋਇਆ ਇਹ ਕਿ ਕਹਿੰਦਾ ਕਿ ਜਿਵੇਂ ਹੁੰਦਾ ਹੈ ਕਿ ਪੀਆ ਜੀ ਪਰਦੇਸ ਗਏ ਆ ਤੇ ਪਿੱਛੋਂ ਯਾਦ ਆ ਗਈ ਤਾਂ ਇੱਕ ਚਿੱਠੀ ਪਾਤੀ ਘਰ ਵਾਲੀ ਨੇ ਉੱਥੇ ਦਾ ਹਾਲ ਚਾਲ ਪੁੱਛਣ ਲਈ ਕਿ ਤੁਸੀਂ ਜਾਪਾਨ ਠੀਕ ਪਹੁੰਚ ਗਏ। ਤੇ ਉਹਦਾ ਮੌਕਾ ਚਿੱਠੀਆਂ ਦਾ ਸੀ, ਅਜੇ ਫੋਨ ਸ਼ੁਰੂ ਹੋਏ। ਤਾਂ ਉਹ ਕਹਿੰਦੇ ਕਿ ਚਿੱਠੀ ਉਹਨਾਂ ਨੇ ਉਸ ਕਮੇਟੀ ਕੋਲ ਪਹੁੰਚ ਗਈ। ਕਮੇਟੀ ਨੇ ਮੇਰੀ ਲਿਸਟ ਦੇਖ ਕੇ ਕਿ ਮੈਂ ਕਿਹੜੇ ਘਰ 'ਚ ਠਹਿਰਿਆ ਹੋਇਆ ਚਿੱਠੀ ਉੱਥੇ ਪਹੁੰਚਾਤੀ। ਜਦੋਂ ਚਿੱਠੀ ਉੱਥੇ ਪਹੁੰਚ ਗਈ ਤੇ ਸ਼ਾਮ ਦੇ ਟੇਬਲ ਦੇ ਉੱਤੇ ਅਸੀਂ ਘਰ 'ਚ ਬੈਠੇ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਉਹਨਾਂ ਦੀ ਲੜਕੀ ਜਿਹੜੀ ਕਿ ਭਰਜਵਾਨ ਹੈ, ਪੜ੍ਹਦੀ ਹੈ ਹਲੇ, ਉਹ ਕਹਿੰਦਾ ਮੈਨੂੰ ਹਾਲ ਚਾਲ ਪੁੱਛਦੀ ਹੈ। ਉਹ ਕਹਿੰਦੀ ਵੀ ਤੁਹਾਡੀ ਚਿੱਠੀ ਆਈ ਆ। ਉਹ ਕਹਿੰਦਾ ਮੈਨੂੰ ਵੀ ਵੀ ਹਾਂ ਚਿੱਠੀ ਆਈ ਦੇ ਦਿਓ। ਤਾਂ ਉਹ ਕਹਿੰਦੀ ਨਹੀਂ ਮੈਨੂੰ ਪਹਿਲਾਂ ਖੋਲ ਕੇ ਦਿਖਾਓ। ਉਹ ਕਹਿੰਦਾ ਕਿ ਮੈਂ ਕਿਹਾ ਕਿ ਤੂੰ ਇਹਨੂੰ ਖੋਲ ਕੇ ਕੀ ਕਰਨਾ। ਉਹ ਕਹਿੰਦਾ ਕਿ ਮੈਂ ਉਹਨਾਂ ਦੀ ਗੱਲਾਂ ਬਾਤਾਂ ਤੋਂ ਜਾਣ ਗਿਆ ਸੀ ਕਿ ਜਿਵੇਂ ਸਾਰੀ ਗੱਲ ਕਰਕੇ ਗਏ ਕਿ ਉਹ ਆਪਣੀ ਭਾਸ਼ਾ ਨੂੰ ਆਪਣੇ ਕਲਚਰ ਨੂੰ ਪਿਆਰ ਕਰਨ ਵਾਲੇ ਲੋਕ ਨੇ। ਕਹਿੰਦੀ ਉਹਨੂੰ ਬੜਾ ਹੋਇਆ ਕਿ ਉਹ ਕਹਿੰਦਾ ਵੀ ਤੂੰ ਚਿੱਠੀ ਨੂੰ ਖੋਲ ਕੇ ਕੀ ਕਰੇਂਗੀ, ਤੂੰ ਕੀ ਲੈਣਾ ਇੱਥੋਂ, ਮੇਰੀ ਘਰ ਵਾਲੀ ਦੀ ਚਿੱਠੀ ਆ। ਉਹ ਕਹਿੰਦੀ ਵੀ ਮੈਨੂੰ ਵੀ ਪਤਾ ਹੈ ਕਿ ਤੁਹਾਡੀ ਭਾਸ਼ਾ ਮੈਨੂੰ ਨਹੀਂ ਆਉਂਦੀ, ਮੈਂ ਕਿਹੜਾ ਕੁਝ ਪੜ੍ਹ ਲੈਣਾ ਹੈ, ਮੈਂ ਤਾਂ ਸਿਰਫ ਇਹ ਦੇਖਣਾ ਹੈ ਕਿ ਤੁਹਾਡੇ ਲੋਕ ਲਿਖਦੇ ਕਿਵੇਂ ਨੇ, ਉਹਨਾਂ ਦੇ ਜਿਹੜੇ ਅਲਫਾਬੈਟ ਪਾਉਂਦੇ ਨੇ ਜਾਂ ਜਿਹੜੇ ਅੱਖਰ ਪਾਉਂਦੇ ਨੇ ਜਾਂ ਚਿੰਨ੍ਹ ਪਾਉਂਦੇ ਨੇ ਜਿਹੜੇ ਭਾਸ਼ਾ ਦੇ ਉਹ ਕਿਹੋ ਜਿਹੇ ਨੇ, ਮੈਂ ਤਾਂ ਜਸਟ ਉਹੀ ਦੇਖਣੇ ਨੇ। ਕਹਿੰਦਾ ਕਿ ਮੈਨੂੰ ਬੜੀ ਸ਼ਰਮ ਆਈ ਜਦੋਂ ਚਿੱਠੀ ਖੋਲੀ ਗਈ ਤਾਂ ਉਹ ਇੰਗਲਿਸ਼ ਦੇ ਵਿੱਚ ਸੀ। ਉਹ ਕਹਿੰਦਾ ਘਰਦਿਆਂ ਨੇ ਟੇਬਲ ਦੇ ਉੱਤੇ ਜਿੱਥੇ ਅਸੀਂ ਖਾਣੇ ਤੇ ਬੈਠੇ ਸੀ ਜਸਟ ਇੱਕ ਸਿਸ਼ਟਾਚਾਰ ਵਜੋਂ ਖਾਣਾ ਖਾਧਾ ਤੇ ਆਪੋ ਆਪਣੇ ਕਮਰਿਆਂ 'ਚ ਚਲੇ ਗਏ। ਜਦੋਂ ਸਵੇਰੇ ਉੱਠੇ ਤਾਂ ਉਹ ਮੀਆਂ ਬੀਬੀ ਨੇ ਆਪਣੀ ਡਿਊਟੀ ਦੇ ਕੰਮ ਤੇ ਜਾਣ ਤੋਂ ਪਹਿਲਾਂ ਕਹਿੰਦੇ ਮੈਨੂੰ ਸਪੈਸ਼ਲੀ ਬੁਲਾ ਕੇ ਕਿਹਾ ਕਿ ਮਿਸਟਰ ਸਿੰਘ ਮਾਫੀ ਚਾਹੁੰਦੇ ਹਾਂ, ਸਾਨੂੰ ਕੋਈ ਜ਼ਰੂਰੀ ਕੰਮ ਪੈ ਗਿਆ, ਅਸੀਂ ਘਰ ਤੋਂ ਬਾਹਰ ਜਾ ਰਹੇ ਹਾਂ, ਤੁਸੀਂ ਆਪਣਾ ਟਿਕਾਣਾ ਆਪਣੇ ਹੋਟਲ ਦੇ ਵਿੱਚ ਕਰ ਸਕਦੇ ਹੋ, ਸਾਡਾ ਘਰ ਤੁਹਾਡੇ ਲਈ ਨਹੀਂ ਪਏਗਾ। ਭਾਵ ਉਹਨਾਂ ਨੂੰ ਹੈਰਾਨੀ ਸੀ ਕਿ ਉਹ ਲੋਕ ਕਿਹੋ ਜਿਹੇ ਹੋਣਗੇ ਜਿਨ੍ਹਾਂ ਨੇ ਆਪਣੀ ਭਾਸ਼ਾ ਨੂੰ ਇਸ ਕਦਰ ਤਿਆਗ ਦਿੱਤਾ ਹੋਇਆ ਕਿ ਇੱਕ ਪਤਨੀ ਆਪਣੇ ਪਤੀ ਨੂੰ ਚਿੱਠੀ ਲਿਖਦੀ ਹੈ ਤੇ ਉਹ ਭਾਸ਼ਾ ਦੀ ਵਰਤੋਂ ਨਹੀਂ ਕਰਦੀ ਜਿਹੜੀ ਉਹਦੀ ਆਪ ਦੀ ਮਦਰ ਟੰਗ ਹੈ। ਇਹ ਭਾਸ਼ਾ ਨਾਲ ਪਿਆਰ ਉਹਨਾਂ ਲੋਕਾਂ ਦਾ ਜਿੱਥੋਂ ਇਹ ਮਾਤ ਭਾਸ਼ਾ ਦਿਵਸ ਦੀ ਆਰੰਭਤਾ ਹੋਈ। ਸਮਾਂ ਹੈ 1952, ਤਰੀਕ 21 ਫਰਵਰੀ ਹੀ ਹੈ। ਭਾਰਤ ਨਵਾਂ ਆਜ਼ਾਦ ਹੋਇਆ ਤੇ ਹਾਲੇ ਆਜ਼ਾਦੀ ਦਾ ਨਿੱਘ ਮਾਣ ਹੀ ਰਹੇ ਹਾਂ ਤੇ ਭਾਰਤ ਦੀ ਜਿਹੜੀ ਵੰਡ ਆ ਉਹ 2 ਨਹੀਂ 3 ਹਿੱਸਿਆਂ 'ਚ ਹੋਈ, ਜਿਨ੍ਹਾਂ ਵਿੱਚ ਇੱਕ ਪੂਰਬੀ ਪਾਕਿਸਤਾਨ, ਇੱਕ ਪੱਛਮੀ ਪਾਕਿਸਤਾਨ ਤੇ ਵਿਚਕਾਰ ਭਾਰਤ। ਪਾਕਿਸਤਾਨ ਦੀ ਕਿਉਂਕਿ ਪੱਛਮੀ ਪਾਕਿਸਤਾਨ ਦੇ ਵਿੱਚ ਸਰਕਾਰ ਦੀ ਜਾਂ ਉਹਨਾਂ ਦੀ ਗਿਣਤੀ ਜ਼ਿਆਦਾ ਸੀ ਤੇ ਸਰਕਾਰ ਉਹਨਾਂ ਦੀ ਬਣੀ ਤੇ ਉਹਨਾਂ ਨੇ ਪੂਰਬੀ ਪਾਕਿਸਤਾਨ ਦੇ ਉੱਤੇ ਵੀ ਆਪਣੀ ਉਰਦੂ ਭਾਸ਼ਾ ਨੂੰ ਥੋਪ ਦਿੱਤਾ। ਪਰ ਪੂਰਬੀ ਪਾਕਿਸਤਾਨ ਵਿੱਚ ਬਹੁ ਗਿਣਤੀ ਜਿਹੜੀ ਸੀ ਉਹ ਬੰਗਾਲੀ ਲੋਕਾਂ ਦੀ ਸੀ ਤੇ ਉੱਥੇ ਦੀਆਂ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਕੁਝ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਲ ਕੇ ਉਹਦੀ ਭਾਸ਼ਾ ਦੇ ਅਗੇਂਸਟ ਕਿ ਸਾਡੀ ਜਦੋਂ ਮਦਰ ਟੰਗ ਬੰਗਾਲੀ ਹੈ ਤੇ ਅਸੀਂ ਉਰਦੂ ਦੇ ਵਿੱਚ ਗੱਲਬਾਤ ਕਿਉਂ ਕਰੀਏ, ਅਸੀਂ ਉਹਦੇ ਵਿੱਚ ਕਿਉਂ ਪੜ੍ਹੀਏ, ਸਾਡਾ ਜਿਹੜਾ ਸਾਰਾ ਸਿਸ਼ਟਾਚਾਰ ਸਾਰਾ ਸੱਭਿਆਚਾਰ ਜਿਸ ਭਾਸ਼ਾ ਨਾਲ ਜੁੜਿਆ ਅਸੀਂ ਤਾਂ ਉਸੇ ਭਾਸ਼ਾ 'ਚ ਰਹਿਣਾ ਚਾਹੁੰਦੇ ਹਾਂ। ਤੇ ਇਸ ਵਿਰੋਧ ਵਿੱਚ ਜਿਹੜਾ ਐਜੀਟੇਸ਼ਨ ਕੀਤਾ ਗਿਆ, ਅੱਜ ਦੀ ਤਰੀਕ 'ਚ ਕਹਿਣਾ ਹੋਵੇ ਤੇ ਬੰਗਲਾਦੇਸ਼ ਦੀ ਪੁਲਿਸ, ਪਰ ਉਹਨਾਂ ਸਮੇਂ 'ਚ ਕਹਿਣਗੇ ਪਾਕਿਸਤਾਨ ਦੀ ਪੁਲਿਸ ਨੇ ਉਸ ਐਜੀਟੇਸ਼ਨ ਤੇ ਗੋਲੀ ਚਲਾਈ ਜਿਹਦੇ ਵਿੱਚ 4 ਵਿਦਿਆਰਥੀ ਜਿਹੜੇ ਸੀ ਉਹ ਹਲਾਕ ਹੋ ਗਏ, ਪੂਰੇ ਹੋ ਗਏ। ਸਮਾਂ ਉਹ ਵੀ ਆਇਆ ਜਦੋਂ ਬੰਗਲਾਦੇਸ਼ ਨੇ ਆਪਣੀ ਆਜ਼ਾਦੀ ਹਾਸਲ ਕਰ ਲਈ ਤੇ ਇੱਕ ਵੱਖਰਾ ਦੇਸ਼ ਹੋਂਦ ਵਿੱਚ ਆਇਆ। ਆਪਣੀ ਆਜ਼ਾਦੀ ਤੋਂ ਬਾਅਦ ਵਿੱਚ ਉਹਨਾਂ ਨੇ ਇੱਕ ਮਤਾ ਪਾ ਕੇ ਯੂਨੈਸਕੋ ਨੂੰ ਭੇਜਿਆ ਕਿ 21 ਫਰਵਰੀ ਦਾ ਦਿਨ
ਅੰਤਰਰਾਸ਼ਟਰੀ ਮਾਤ ਭਾਸ਼ਾ ਦੇ ਦਿਵਸ ਵਜੋਂ ਮਨਾਇਆ ਜਾਵੇ, ਕਿਉਂਕਿ ਇਸ ਦਿਨ ਸਾਡੇ ਲੋਕਾਂ ਨੇ ਆਪਣੀ ਮਾਤ ਭਾਸ਼ਾ ਦੀ ਕੁਰਬਾਨੀ ਦਿੱਤੀ। ਇਹ ਮਤਾ 1999 ਦੇ ਵਿੱਚ ਯੂਨੈਸਕੋ 'ਚ ਪਾਸ ਹੋ ਗਿਆ, 1999 ਚ, ਤੇ ਸੰਨ 2000 ਦੇ ਵਿੱਚ ਪਹਿਲੀ ਵਾਰੀ ਅੰਤਰਰਾਸ਼ਟਰੀ ਦਿਵਸ ਪੂਰੇ ਦੁਨੀਆ ਦੇ ਵਿੱਚ ਜਿਹੜਾ ਹੈ ਉਹ 21 ਫਰਵਰੀ ਨੂੰ ਨਿਯਤ ਹੋਇਆ ਤੇ ਮਨਾਇਆ ਜਾਂਦਾ ਹੈ। ਦੂਸਰੀ ਗੱਲ ਕਿ ਜਿੱਥੋਂ ਤੱਕ ਭਾਸ਼ਾ ਦਾ ਸੰਬੰਧ ਹੈ, ਭਾਸ਼ਾ ਦੇ ਨਾਲ ਅਸੀਂ ਦੋ ਤਿੰਨ ਪੱਧਰ ਤੇ ਜੁੜੇ ਹੁੰਦੇ ਹਾਂ। ਇੱਕ ਤਾਂ ਸਾਡੀ ਭਾਵੁਕਤਾ ਦਾ ਪੱਧਰ ਕਿ ਸਾਡੀ ਮਦਰ ਟੰਗ ਹੈ, ਮੇਰੇ ਖਿੱਤੇ ਦੀ ਭਾਸ਼ਾ ਹੈ, ਤਾਂ ਮੈਂ ਇਹਨੂੰ ਹੀ ਚੰਗੀ ਤਰ੍ਹਾਂ ਜਾਣ ਸਕਦਾ ਹਾਂ, ਮੇਰਾ ਇਹਦੇ ਨਾਲ ਪਿਆਰ ਹੈ। ਦੂਸਰਾ ਹੈ ਕਿ ਭਾਸ਼ਾ ਨਾਲ ਅਸੀਂ ਗਿਆਨ ਦੇ ਪੱਧਰ ਤੇ ਜੁੜੇ ਹੁੰਦੇ ਹਾਂ। ਜਿੱਥੋਂ ਤੱਕ ਤਾਂ ਪੰਜਾਬੀਆਂ ਦਾ ਭਾਵੁਕਤਾ ਦੇ ਪੱਧਰ ਤੇ ਜੁੜਨ ਦਾ ਮਸਲਾ ਹੈ, ਕੋਈ ਕਮੀ ਨਹੀਂ। ਅਸੀਂ ਭਾਵੁਕਤਾ ਦੇ ਤੌਰ ਦੇ ਉੱਤੇ ਕਿਤੇ ਵੀ ਚਲ ਜਾਈਏ, ਜਿਵੇਂ ਪ੍ਰਿੰਸੀਪਲ ਸਾਹਿਬ ਵੀ ਗੱਲ ਕਰਦੇ ਸੀ ਕਿ ਉਹਨਾਂ ਨੇ ਪੋਤੀ ਨੂੰ ਜੋ ਕੁਝ ਸਿਖਾਇਆ ਕਿ ਢੁੱਡ ਮਾਰਦਾ, ਅਸੀਂ ਆਪਣੇ ਜਵਾਕਾਂ ਨੂੰ ਕੁਝ ਨਾ ਕੁਝ ਇਹੋ ਜਿਹਾ ਤੇ ਹੋਰ ਨਹੀਂ ਕੁਝ ਤੇ ਗਾਲ ਕੱਢੀ ਤਾਂ ਪੱਕੀ ਹੀ ਸਿਖਾ ਦਿੰਦੇ ਆ ਕਿ ਓਏ ਗਾਲ ਕੱਢ ਕੇ ਸੁਣਾ। ਤਾਂ ਪਤਾ ਕਿਤੇ ਨਾ ਕਿਤੇ ਚਾਹੁੰਦੇ ਹਾਂ ਕਿ ਉਹਦੇ ਮੂੰਹੋਂ ਕੁਝ ਪੰਜਾਬੀ ਦਾ ਸੁਣੀਏ। ਇਤੋਂ ਤੱਕ ਕਿ ਡਾਕਟਰ ਮੁਹੰਮਦ ਇਕਬਾਲ ਜਿਹੜੀ ਵਰਲਡ ਦੇ ਵਿੱਚ ਫੇਮਸ ਰਿਨਾਊਂਡ ਪਰਸਨੈਲਿਟੀਜ਼ ਨੇ ਵਿਦਵਤਾ ਦੇ ਖੇਤਰ ਦੀਆਂ, ਉਹਨਾਂ ਨੇ ਸਾਰੀ ਉਮਰ ਉਰਦੂ ਤੇ ਫਾਰਸੀ ਵਿੱਚ ਲਿਖਿਆ। ਜਦੋਂ ਉਹ ਐਨ ਅੰਤਮ ਸਮੇਂ ਦੇ ਉੱਤੇ ਆਪਣੇ ਡੈਥ ਬੈੱਡ ਤੇ ਸੀ ਤੇ ਉਹਨਾਂ ਨੇ ਆਪਣੇ ਨੌਕਰ ਨੂੰ ਆਵਾਜ਼ ਮਾਰੀ ਤੇ ਕਿਹਾ ਮਿੱਤਰਾ ਕੋਈ ਬੁੱਲੇ ਸ਼ਾਹ ਦਾ ਕਲਾਮ ਸੁਣਾ ਦੇ, ਤੇ ਬੁੱਲੇ ਸ਼ਾਹ ਦਾ ਕਲਾਮ ਪੰਜਾਬੀ 'ਚ ਹੈ। ਫਿਰ ਕੀ ਇਹੋ ਜਿਹਾ ਮਤਲਬ ਕਿ ਕੁਝ ਨਾ ਕੁਝ ਇਹੋ ਜਿਹੀ ਕੁਐਸਟ ਅੰਦਰ ਪਈ ਹੋਈ ਆ, ਜਿੱਥੋਂ ਅਸੀਂ ਲੱਖ ਚਾਹ ਕੇ ਵੀ ਕਿੰਨੀ ਵੀ ਵਿਦਵਤਾ ਕਿਸੇ ਭਾਸ਼ਾ ਦੇ ਵਿੱਚ ਹਾਸਲ ਕਰ ਲਈਏ, ਧੁਰ ਅੰਦਰੋਂ ਕਿਤੇ ਪੰਜਾਬੀ ਬਣੇ ਰਹਿੰਦੇ ਹਾਂ। ਦੂਸਰਾ ਸਾਡੇ ਅੱਗੇ ਮਸਲਾ ਇਹ ਖੜਾ ਹੋਇਆ ਕਿ ਅਸੀਂ ਪੰਜਾਬੀ ਨੂੰ ਗਿਆਨ ਦੇ ਨਾਲ, ਜਾਂ ਉਹਨੂੰ ਕਹਿੰਦੇ ਕਿ ਉਹਨੂੰ ਗਿਆਨ ਦੀ ਭਾਸ਼ਾ ਨਹੀਂ ਬਣਾ ਸਕੇ। ਸਾਡੇ ਜਿਹੜੇ ਪੋਸਟ ਮਾਡਰਨ ਥਿੰਕਰ ਨੇ, ਉਹਨਾਂ ਦੇ ਵਿੱਚ ਮਿਸ਼ੇਲ ਫੂਕੋ ਨੇ, ਉਹ ਬਹੁਤ ਸੋਹਣੀ ਗੱਲ ਲਿਖਦੇ ਆ। ਉਹ ਕਹਿੰਦੇ ਕਿ ਕੋਈ ਸਮਾਂ ਸੀ ਗਿਆਨ ਤੇ ਸੱਤਾ ਦੋ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਸੀ, ਪਰ ਜਿਸ ਯੁੱਗ ਦੇ ਵਿੱਚ ਅਸੀਂ ਜੀ ਰਹੇ ਹਾਂ ਉੱਥੇ ਗਿਆਨ ਤੇ ਸੱਤਾ ਦੋ ਚੀਜ਼ਾਂ ਨਾ ਹੋ ਕੇ ਉਹਦੇ ਵਿੱਚ ਅਵਲੀਕ ਪਿਆ ਹੋਇਆ। ਜੇ ਗਿਆਨ ਹੈ, ਸੱਤਾ ਹਾਸਲ ਕਰ ਹੀ ਲਓਗੇ, ਉਹ ਚੱਲ ਕੇ ਤੁਹਾਡੇ ਘਰ ਤੱਕ ਆਊਗੀ, ਤੇ ਜੇ ਗਿਆਨ ਨਹੀਂ, ਸੱਤਾ ਦਾ ਸੁਪਨਾ ਭੁੱਲ ਜਾਓ। ਪੰਜਾਬੀਆਂ ਨੇ ਕਿਤੇ ਨਾ ਕਿਤੇ ਇੱਥੇ ਖਤਾ ਕਰਦੀ ਹੈ ਕਿ ਅਸੀਂ ਪੰਜਾਬੀ ਨੂੰ ਆਪਣੇ ਭਾਵੁਕ ਪੱਧਰ ਦੇ ਉੱਤੇ ਤਾਂ ਅਪਣਾ ਲਿਆ, ਆਪਣੇ ਗੀਤਾਂ ਤੇ ਕਵਿਤਾਵਾਂ ਤੱਕ ਧਾਰਨ ਕਰ ਲਿਆ, ਪਰ ਉਹਨੂੰ ਗਿਆਨ ਦੀ ਪੱਧਰ ਤੱਕ ਤਾਂ ਨਹੀਂ ਲੈ ਕੇ ਜਾ ਸਕੇ। ਜਦੋਂ ਇਸ ਦੌਰ ਦੇ ਵਿੱਚ ਇੰਟਰਨੈਟ ਦੀ ਆਰੰਭਤਾ ਹੋਈ, ਕਿਉਂਕਿ ਇੰਟਰਨੈਟ ਦੇ ਵਿੱਚ ਸੁਨੇਹੇ ਦੇਣ ਦਾ ਜਿਹੜਾ ਕਾਰਜ ਸੀ ਉਹ ਅਮਰੀਕਨਾਂ ਨੇ ਪੈਦਾ ਕੀਤਾ, ਤੇ ਉਹਨਾਂ ਨੂੰ ਕੋਈ ਇਸ ਗੱਲ ਦਾ ਨਹੀਂ ਸੀਗਾ ਕਿ ਅਸੀਂ ਕਿਸੇ ਨੂੰ ਵੀ ਜਿਹੜੇ ਤਾਂ ਅੰਗਰੇਜ਼ੀ ਭਾਸ਼ਾ ਜਾਣਦੇ ਕਿ ਉਹ ਤਾਂ ਆਪਣਾ ਸੁਨੇਹਾ ਭੇਜ ਦੇਣਗੇ, ਪਰ ਉਹਨਾਂ ਨੂੰ ਇਸ ਗੱਲ ਦਾ ਫਿਕਰ ਨਹੀਂ ਸੀ ਕਿ ਜਿਹੜੇ ਲੋਕ ਅੰਗਰੇਜ਼ੀ ਭਾਸ਼ੀ ਨਹੀਂ ਹਨ ਉਹ ਆਪਣੇ ਸੁਨੇਹੇ ਕਿਵੇਂ ਭੇਜਣਗੇ। ਤਾਂ ਇੱਕ ਸਮਾਂ ਇਹ ਆਇਆ ਤੇ ਖਾਸ ਕਰਕੇ ਇਹ ਵਰਤਾਰਾ ਸਾਡੇ ਪੰਜਾਬ ਦੇ ਉੱਤੇ ਬਹੁਤ ਵੱਡੇ ਰੂਪ 'ਚ ਵਾਪਰਿਆ, ਤੇ ਹਾਲੇ ਤੱਕ ਅਸੀਂ ਉਹਦੇ ਲਗਾਤਾਰ ਪ੍ਰਭਾਵ ਦੇ ਵਿੱਚ ਹੀ ਚੱਲੇ ਜਾ ਰਹੇ ਹਾਂ। ਤੁਸੀਂ ਇਹ ਦੇਖੋ ਕਿ ਐਡੀ ਵੱਡੀ ਧਰਤੀ ਦੇ ਉੱਤੇ 2000 ਦੇਸ਼ ਨੇ, 2000 ਦੇਸ਼ਾਂ ਦੇ ਵਿੱਚੋਂ ਇੱਕ ਭਾਰਤ ਦੇ ਵਿੱਚੋਂ ਇੱਕ ਨਿੱਕਾ ਜਿਹਾ ਟੁਕੜਾ ਪੰਜਾਬ, ਤੇ ਅਸੀਂ ਇੱਥੇ ਬੈਠੇ ਅੰਗਰੇਜ਼ੀ ਦਾ ਜਿਹੋ ਜਿਹਾ ਜਾਂ ਇੰਗਲਿਸ਼ ਦਾ ਜਾਂ ਅਦਰ ਲੈਂਗੁਏਜ ਦਾ ਜਿਹੋ ਜਿਹਾ ਪ੍ਰਭਾਵ ਕਬੂਲੀ ਜਾਂਦੇ ਆ, ਤੇ ਇਹ ਮੰਨ ਕੇ ਚੱਲ ਰਹੇ ਆ ਕਿ ਸ਼ਾਇਦ ਸਾਰੀ ਦੁਨੀਆ ਵੀ ਇਸ ਪ੍ਰਭਾਵ ਦੇ ਵਿੱਚ ਹੈ। ਇਹ ਤੋਂ ਥੋੜਾ ਮੁਕਤ ਹੋਣ ਦੀ ਲੋੜ ਹੈਗੀ ਆ। ਉਦਾਹਰਨ ਦੇ ਤੌਰ ਦੇ ਉੱਤੇ ਜਿਵੇਂ ਕ੍ਰਿਕਟ ਦਾ ਵਰਲਡ ਕੱਪ ਹੁੰਦਾ, ਸਾਨੂੰ ਐਂ ਲੱਗਦਾ ਹੈ ਕਿ ਹਾਂ, ਮੈਂ ਨਹੀਂ ਕਹਿੰਦਾ ਕਿ ਭਾਰਤ 'ਚ ਤਾਂ ਮੈਨੂੰ ਖੁਸ਼ੀ ਨਹੀਂ, ਪਰ ਸਾਨੂੰ ਐਂ ਲੱਗਦਾ ਹੈ ਕਿ ਸ਼ਾਇਦ ਅਸੀਂ ਵਰਲਡ ਫਤਿਹ ਕਰਦੇ ਆ, ਪਰ ਇਹ ਭੁੱਲ ਜਾਂਦੇ ਹਾਂ ਕਿ ਦੁਨੀਆ ਦੇ ਵਿੱਚ 200 ਕੰਟਰੀ ਨੇ ਤੇ ਕ੍ਰਿਕਟ 10-15 ਹੀ ਖੇਡਦੇ ਨੇ, ਉਹ ਵਰਲਡ ਫਤਿਹ ਨਹੀਂ ਹੁੰਦੀ। ਅਸੀਂ ਅੰਗਰੇਜ਼ੀ ਜਾਣ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਦੁਨੀਆ ਦੇ ਵਿੱਚ ਆਪਣੇ ਗਿਆਨ ਦਾ ਡੰਕਾ ਵਜਾ ਲਾਂਗੇ। ਸਾਡੇ ਭਾਸ਼ਾ ਸ਼ਾਸਤਰੀ ਦੱਸਦੇ ਨੇ, ਉਹ ਕਹਿੰਦੇ ਕਿ ਬੱਚਾ ਮਾਂ ਦੇ ਗਰਭ ਤੋਂ ਭਾਸ਼ਾ ਜਿਹੜੀ ਹੈ ਉਹ ਹਾਸਲ ਕਰਨੀ ਆਰੰਭ ਕਰ ਦਿੰਦਾ ਹੈ। 4 ਸਾਲ ਦਾ ਹੁੰਦਾ ਹੈ ਜਦੋਂ ਉਹਨੂੰ ਅਸੀਂ ਸਕੂਲ ਭੇਜਦੇ ਹਾਂ। ਗਰਭ ਤੋਂ ਲੈ ਕੇ 4 ਸਾਲ ਤੱਕ ਭਾਵ ਕਿ ਕੁੱਲ 5 ਸਾਲਾਂ ਦੇ ਵਕਫੇ ਦੇ ਵਿੱਚ ਉਹਨੇ ਭਾਸ਼ਾ ਦੀਆਂ ਸਾਰੀਆਂ ਹੀ ਲਗਭਗ ਜਿਹੜੀਆਂ ਘੁੰਡੀਆਂ ਨੇ, ਜਿਹੜੀਆਂ ਵਿਆਕਰਨਕ ਨਿਯਮ ਨੇ, ਉਹਨੇ ਸਿੱਖ ਲਏ ਹੁੰਦੇ ਆ। ਪਰ ਜਦੋਂ ਅਸੀਂ ਉਹਨੂੰ ਸਕੂਲ ਭੇਜਦੇ ਆ ਤੇ ਉਹਨੂੰ ਇੱਕ ਇਹੋ ਜਿਹੀ ਭਾਸ਼ਾ ਦੇ ਹਵਾਲੇ ਕਰ ਦਿੰਦੇ ਹਾਂ ਜਿਹਨੂੰ ਉਹ ਬਿਲਕੁਲ ਨਹੀਂ ਜਾਣਦਾ ਹੁੰਦਾ। ਕੌਣ ਸਾਨੂੰ ਸਿਆਣਾ ਆਖੂਗਾ ਕਿ 5 ਸਾਲਾਂ ਦੀ ਮਿਹਨਤ ਅਸੀਂ ਕਿਹੜੇ ਖੂਹ ਖਾਤੇ 'ਚ ਪਾ ਦਿੱਤੀ ਜਦੋਂ ਬੱਚੇ ਨੂੰ ਫਿਰ ਉੱਥੋਂ ਹੀ ਸ਼ੁਰੂ ਕਰਵਾਇਆ। ਨਾ ਉਹਦੀ ਸੁਭਾਅ ਦੀ ਅਨੁਕੂਲਤਾ, ਨਾ ਸੱਭਿਆਚਾਰਕ ਅਨੁਕੂਲਤਾ ਉਸ ਭਾਸ਼ਾ ਨੂੰ ਉਸ ਰੂਪ 'ਚ ਜਿਵੇਂ ਕਿ ਕਹੋ ਕਿ ਅਸੈਪਟ ਕਰਦੀ ਹੈ। ਇੱਕ ਐਗਜ਼ਾਮਪਲ ਦੇਣਾ, ਅਸੀਂ ਪਿਆਰ ਸ਼ਬਦ ਦਾ ਅੰਗਰੇਜ਼ੀ ਤਰਜਮਾ ਕਰਦੇ ਹਾਂ ਲਵ, ਤਾਂ ਜੇ ਸਾਨੂੰ ਕੋਈ ਪੁੱਛੇ ਕਿ ਲਵ ਨੂੰ ਪੰਜਾਬੀ 'ਚ ਕੀ ਕਿਹਾ ਜਾਂਦਾ ਹੈ
ਅਸੀਂ ਕਹਿੰਦੇ ਹਾਂ ਪਿਆਰ ਕਹਿੰਦੇ ਹਾਂ, ਮੁਹੱਬਤ ਕਹਿੰਦੇ ਹਾਂ, ਇਸ਼ਕ ਕਹਿੰਦੇ ਹਾਂ, ਪ੍ਰੇਮ ਕਹਿੰਦੇ ਹਾਂ, ਉਹ ਕਹਿੰਦੇ ਹਾਂ। ਹੁਣ ਤਾਂ ਸਾਨੂੰ ਇਹ ਚਾਹ ਹੈ ਕਿ ਅਸੀਂ ਅੰਗਰੇਜ਼ੀ ਸਿੱਖਣੀ ਆ। ਕਿਸੇ ਗੋਰੇ ਨੂੰ ਚਾਹ ਚੜ ਗਿਆ ਕਿ ਮੈਂ ਪੰਜਾਬੀ ਸਿੱਖਣੀ ਆ, ਤੇ ਮੈਂ ਆ ਵਿਦਿਆਰਥੀ ਨੂੰ ਕਹਿ ਦਿੰਦਾ ਕਿ ਪੁੱਤ ਲੈ ਇਹਨੂੰ ਅੰਗਰੇਜ਼ੀ ਸਿਖਾ ਦੇ, ਇਹਨੂੰ ਪੰਜਾਬੀ ਸਿਖਾਉਣੀ ਆ। ਗੋਰਾ ਸਾਡੇ ਕੋਲ ਆਇਆ, ਗੋਰਾ ਚਾਚ ਹੈ, ਇਹ ਵੀ ਚਾਚ ਵੀ ਲੈ ਸਰ ਪੰਜਾਬੀ ਦੀ ਕਿਹੜੀ ਗੱਲ ਹੈ, ਇਹਨੂੰ ਪਿੰਡ ਲਿਜਾਣਾ, ਦੇਖ ਸਰ ਪੰਜਾਬੀ ਮਹੀਨੇ 'ਚ ਹੀ ਸਿਖਾ ਦੂੰਗਾ। ਇਹਨੇ ਜਾ ਕੇ ਉਹਨੂੰ ਸਿਖਾਤਾ ਕਿ ਦੇਖ ਵੀ ਮਿੱਤਰਾ ਤੁਹਾਡੇ ਤੇ ਸ਼ਬਦ ਹੈਗਾ ਲਵ, ਸਾਡੇ ਨੂੰ ਪ੍ਰੇਮ ਵੀ ਕਹਿੰਦੇ ਆ, ਇਸ਼ਕ ਵੀ ਕਹਿੰਦੇ ਆ, ਮੁਹੱਬਤ ਵੀ ਕਹਿੰਦੇ, ਸਾਰੇ ਸਮਰਥੀ ਸ਼ਬਦ ਦੱਸ ਦਿੱਤੇ। ਗੋਰਾ ਬੜਾ ਖੁਸ਼, ਉਹਨੇ ਵੀ ਗੱਲਾਂ ਕਰਨੀਆਂ ਸਿੱਖ ਲਈਆਂ। 2-4-6 ਮਹੀਨੇ ਬਾਅਦ ਆਪਣੇ ਦੇਸ਼ ਗਿਆ ਇਸ ਚਾਹ 'ਚ ਕਿ ਮੈਂ ਆਪਣੀ ਮਾਂ ਨੂੰ ਦੱਸਾਂ ਕਿ ਮੈਂ ਪੰਜਾਬੀ ਸਿੱਖ ਆਇਆ ਹਾਂ, ਤਾਂ ਉਹ ਬੋਲ ਕੇ ਦੱਸਣ ਦੀ ਲੋੜ ਨਹੀਂ, ਅੰਗਰੇਜ਼ੀ ਦੱਸਣ ਦੀ ਲੋੜ ਨਹੀਂ, ਪੰਜਾਬੀ ਬੋਲ ਦੋ, ਆਪਣੇ ਪਤਾ ਲੱਗ ਜਾਊਗਾ। ਉਹ ਗਿਆ, ਉਹਨੂੰ ਇਹਦੇ ਸਾਰੇ ਉਹ ਸ਼ਬਦ ਤਾਂ ਭੁੱਲ ਗਏ, ਉਹਨੂੰ ਪਿਆਰ ਲਵ ਦੇ ਕੋਈ ਸ਼ਬਦ ਜਿਹੜੇ ਸੀ ਸਾਰੇ ਯਾਦ ਨਾ ਰਹੇ, 1-2 ਯਾਦ ਰਹਿ ਗਏ। ਉਹਨੇ ਜਾ ਕੇ ਆਪਣੀ ਮਾਂ ਨੂੰ ਜਦੋਂ ਮਿਲਿਆ, ਕਹਿੰਦਾ ਮਾਂ ਮੈਨੂੰ ਤਾਂ ਤੇਰੇ ਨਾਲ ਬਹੁਤ ਇਸ਼ਕ ਹੈ। ਸਮੱਸਿਆ ਕਿੱਥੇ ਹੈ? ਸਮੱਸਿਆ ਇਸ ਗੱਲ 'ਚ ਨਹੀਂ ਹੈ ਕਿ ਗੋਰੇ ਦੇ ਸਿੱਖਣ 'ਚ ਕੋਈ ਕਮੀ ਸੀ ਜਾਂ ਸਾਡੇ ਸਿਖਾਉਣ 'ਚ ਕੋਈ ਕਮੀ ਸੀ। ਕਮੀ ਇਸ ਗੱਲ 'ਚ ਬਣੀ ਕਿ ਜਿਹੜਾ ਸ਼ਬਦ ਜਿਸ ਸੰਦਰਭ ਵਿੱਚ ਬੋਲਿਆ ਜਾਣਾ ਸੀ ਉਹਦਾ ਸੰਦਰਭ ਠੀਕ ਨਹੀਂ ਸੀ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਇੰਗਲਿਸ਼ ਆ ਗਈ, ਪਰ ਜਦੋਂ ਸਾਡੇ ਕੋਲ ਪੰਜਾਬੀ ਦੇ 6 ਸ਼ਬਦ ਪਏ ਹੋਏ ਆ ਤੇ ਅਸੀਂ 6 ਦੇ 6 ਲਈ ਇੱਕੋ ਹੀ ਵਰਤੀ ਕਰਦੇ ਆ, ਕੀ ਅੰਗਰੇਜ਼ ਸਾਡੇ ਤੇ ਹੱਸਣਗੇ ਨਹੀਂ? ਸਾਨੂੰ ਕਿਸੇ ਵੀ ਭਾਸ਼ਾ ਦੀ ਮੁਹਾਰਤ, ਜਿਵੇਂ ਪ੍ਰਿੰਸੀਪਲ ਸਾਹਿਬ ਕਹਿ ਗਏ ਕਿ ਉਦੋਂ ਹੀ ਆਉਣੀ ਹੈ ਜਦੋਂ ਅਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਉਸ ਮੁਹਾਰਤ ਨੂੰ ਹਾਸਲ ਕਰ ਲਿਆ। ਜੇਕਰ ਨਹੀਂ ਕਰ ਸਕਾਂਗੇ, ਦੁਨੀਆ ਦੀ ਕੋਈ ਵੀ ਭਾਸ਼ਾ ਤਾਂ ਆਵੇਗੀ ਨਾ ਜੇ ਸਾਡੇ ਕੋਲ ਆਪਣੀ ਭਾਸ਼ਾ ਦਾ ਸ਼ਬਦ ਮੌਜੂਦ ਹੈ ਤੇ ਉਹਦਾ ਤਰਜਮਾ ਕਰਾਂਗੇ। ਪਰ ਸਾਡੇ ਕੋਲ ਆਪਣੀ ਭਾਸ਼ਾ ਦਾ ਜੇਕਰ ਸ਼ਬਦ ਹੀ ਮੌਜੂਦ ਨਾ ਹੋਇਆ, ਤਰਜਮਾ ਕਿਸ ਚੀਜ਼ ਦਾ ਕਰਾਂਗੇ? ਅਦਰ ਭਾਸ਼ਾ ਨਹੀਂ ਸਿੱਖੀ ਜਾ ਸਕਦੀ। ਇਸ ਕਰਕੇ ਜ਼ਰੂਰੀ ਹੈ ਕਿ ਪਹਿਲੇ ਆਪਣੀ ਮਾਤ ਭਾਸ਼ਾ ਦੇ ਵਿੱਚ ਪੂਰੇ ਹੋਈਏ, ਫਿਰ ਦੁਨੀਆ ਦੀ ਜਿਹੜੀ ਮਾਦਰੀ ਭਾਸ਼ਾ ਜਿਹੜੀ ਸਾਡੇ ਪੁਰਖਿਆਂ ਦੇ ਪਿਛਲੇ ਜੀਵਨ ਪੜ੍ਹੀਏ। 15-15 16 ਭਾਸ਼ਾਵਾਂ ਜਿਹੜੀਆਂ ਹੈ ਉਹ ਆਉਂਦੀਆਂ ਸੀ। ਦੂਸਰਾ ਇਹ ਹੈ ਕਿ ਭਾਸ਼ਾਵਾਂ ਨੂੰ ਖਤਰਾ ਹੈ, ਇਹਦੇ ਵਿੱਚ ਗਲਤ ਵੀ ਨਹੀਂ ਹੈ ਪਰ ਇਹ ਪੂਰਨ ਸੱਚ ਵੀ ਨਹੀਂ। ਜਿਵੇਂ ਸਰ ਕਹਿੰਦੇ ਕਿ ਜੇ ਤੁਹਾਡੇ ਕੋਲ ਕੋਈ ਮਹਾਵਾਕ ਮੌਜੂਦ ਹੈਗਾ, ਵੱਡਾ ਗਿਆਨ ਜਿਸ ਭਾਸ਼ਾ ਦੇ ਕੋਲ ਹੈਗਾ, ਉਹਦੇ ਉੱਤੇ ਕਦੇ ਵੀ ਖਤਰਾ ਨਹੀਂ ਮੰਡਰਾ ਸਕਦਾ। ਦੁਨੀਆ ਗਿਆਨ ਨੂੰ ਭਾਲਦੀ ਫਿਰਦੀ ਹੈ, ਆਪਣਾ ਝੂਠਾ ਲੈ ਕੇ ਦਰ ਦੇ ਉੱਤੇ ਗਿਆਨ ਲੱਭਦੀ ਫਿਰਦੀ ਹੈ ਕਿ ਕਿੱਥੇ ਹੋ ਜਾਏ। ਤੇ ਜਿਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਵਰਗੀ ਐਡੀ ਪਵਿੱਤਰ ਤੇ ਐਡੀ ਗਿਆਨਵਾਨ ਮੁੱਲਵਾਨ ਚੀਜ਼ ਪਈ ਹੋਈ ਹੈ, ਉਹਨਾਂ ਤੇ ਖਤਰਾ ਨਹੀਂ ਹੋ ਸਕਦਾ। ਪਰ ਉਂਝ ਇਹ ਵੀ ਨਾਲ ਹੈ ਕਿ ਦੁਨੀਆ ਦੇ ਉੱਤੇ ਯੂਨੈਸਕੋ ਦੀ ਰਿਪੋਰਟ ਦੇ ਮੁਤਾਬਕ 6000 ਭਾਸ਼ਾਵਾਂ ਅੱਜ ਦੀ ਤਰੀਕ 'ਚ ਨੇ, ਤੇ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਹਰ 2 ਹਫ਼ਤਿਆਂ ਦੇ ਵਿੱਚ ਇੱਕ ਭਾਸ਼ਾ ਸਮਾਪਤ ਹੋ ਰਹੀ ਹੈ, ਤੇ ਲਗਭਗ 47% ਦੁਨੀਆ ਦੀਆਂ ਭਾਸ਼ਾਵਾਂ ਦੇ ਖਤਮ ਹੋਣ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਹੈ। ਪਰ ਹਾਲੇ ਮੈਨੂੰ ਨਹੀਂ ਲੱਗਦਾ ਕਿ ਪੰਜਾਬੀਆਂ ਨੂੰ ਇਹਦੇ ਬਾਰੇ ਬਹੁਤਾ ਫਿਕਰਮੰਦ ਹੋਣ ਦੀ ਲੋੜ ਹੈ। ਜਿਸ ਗੱਲ ਦਾ ਫਿਕਰ ਕਰਨ ਦੀ ਲੋੜ ਹੈ ਕਿ ਅਸੀਂ ਇਹਨੂੰ ਗਿਆਨ ਤੱਕ ਲੈ ਕੇ ਜਾਈਏ। ਦੂਸਰਾ ਕਿ ਪੰਜਾਬੀ ਦੇ ਨਾਲ ਭਾਵੁਕਤਾ ਦਾ ਰਿਸ਼ਤਾ ਕਿਸ ਕਦਰ ਹੋਵੇ। ਜਿਵੇਂ ਸਰ ਨੇ ਗੱਲ ਕੀਤੀ ਸੀ ਕਿ ਦਾਗਿਸਤਾਨ ਦਾ ਜ਼ਿਕਰ ਜੇਕਰ ਭਾਸ਼ਾ ਦੇ ਮਾਮਲੇ 'ਚ ਨਾ ਕੀਤਾ ਜਾਏ ਸ਼ਾਇਦ ਗੱਲ ਅਧੂਰੀ ਰਹਿੰਦੀ ਹੈ। ਮੈਂ 2 ਗੱਲਾਂ ਕਰਾਂਗਾ ਉਹਦੇ ਨਾਲ ਆਪਣੇ ਲੈਕਚਰ ਦੀ ਸਮਾਪਤੀ। ਦਾਗਿਸਤਾਨ ਦੇ ਵਿੱਚ ਲੋਕ ਭਾਸ਼ਾ ਨੂੰ ਕਿਸ ਕਦਰ ਪਿਆਰ ਕਰਦੇ ਨੇ ਕਿ ਕਹਿੰਦੇ ਕਿ ਜੇ ਕਿਸੇ ਨੂੰ ਗਾਲ ਕੱਢਣੀ ਹੋਵੇ ਤਾਂ ਕਹਿ ਦੋ ਕਿ ਮਾਤ ਭਾਸ਼ਾ ਭੁੱਲ ਜਾਵੇ। ਉਹਦੇ ਵਿੱਚ 1-2 ਘਟਨਾਵਾਂ ਆਉਂਦੀਆਂ ਨੇ ਨਿੱਕੀਆਂ ਉਹ ਬੜਾ ਕਮਾਲ ਦੀਆਂ। ਉਹਦੇ 'ਚ ਇੱਕ ਘਟਨਾ ਆਉਂਦੀ ਹੈ ਕਿ ਇੱਕ ਵਾਰ ਖੂਹ ਦੇ ਉੱਤੇ ਪਾਣੀ ਭਰਦੀਆਂ ਹੋਈਆਂ 2 ਔਰਤਾਂ ਆਪਸ ਵਿੱਚ ਲੜ ਪੈਂਦੀਆਂ, ਤੇ ਔਰਤਾਂ ਦੀ ਲੜਾਈ ਜਿਵੇਂ ਪੰਜਾਬ ਦੇ ਵਿੱਚ ਹੈ, ਦੁਨੀਆ ਵਿੱਚ ਇਦਾਂ ਦੀ ਹੀ ਲਗਭਗ ਹੈ ਕਿ ਜਿਹੜੇ ਇੱਕ ਵਾਰ ਲੜ ਪਈਆਂ ਫਿਰ ਜਿਹੜੇ ਮਿਹਣੇ ਦੇਣ ਦਾ ਸਿਲਸਿਲਾ ਉਹ ਕਹਿੰਦੇ ਕੋ ਬਾਕਮਾਲ ਹੁੰਦਾ ਹੈ ਕਿ ਉਹਨੂੰ ਲੱਗਦਾ ਹੈ ਕਿ ਮੈਂ ਜਿਹੜਾ ਮੈਨੂੰ ਮਿਹਣਾ ਮਿਲਿਆ ਤਾਂ ਅਗਲਾ ਦਊਂਗੀ, ਇਹ ਤਾਂ ਪਿੱਛੇ ਕਿਤੇ ਰਹਿ ਜਾ। ਇਹੀ ਕਹਿੰਦਾ ਦਾਗਿਸਤਾਨ ਦੇ ਵਿੱਚ ਵੀ ਕੋਈ ਇਹੋ ਜਿਹਾ ਵਰਤਾਰਾ ਹੀ ਹੈ। 2 ਔਰਤਾਂ ਲੜ ਪੈਂਦੀਆਂ, ਇੱਕ ਜਾਣੀ ਜਦੋਂ ਗੱਲ ਬਹੁਤ ਜ਼ਿਆਦਾ ਵੱਧ ਜਾਂਦੀ ਆ, ਮੇੜੋ ਮੇੜੀ ਤੱਕ ਚੱਲ ਜਾਂਦੀ ਆ, ਇੱਕ ਜਾਣੀ ਉਹਨੂੰ ਇਸ ਹੱਦ ਤੱਕ ਮਿਹਣਾ ਦੇ ਦਿੰਦੀ ਆ, ਉਹ ਕਹਿੰਦੀ ਰੱਬ ਕਰੇ ਹੁਣ ਤੂੰ ਜਦੋਂ ਘਰ ਪਹੁੰਚੇ ਨਾ ਪਾਣੀ ਲੈ ਕੇ, ਤੇਰਾ ਪਤੀ ਤੈਨੂੰ ਮਰਿਆ ਹੋਇਆ ਮਿਲੇ। ਦੂਸਰੀ ਔਰਤ ਨੂੰ ਉਹਦਾ ਦੁੱਖ ਲੱਗਦਾ ਕਿ ਹੈ ਤੂੰ ਮੇਰੇ ਪਤੀ ਨੂੰ ਮਾਰੇਗੀ। ਲੈ ਫਿਰ ਉਹਨੂੰ ਲੱਗਦਾ ਹੈ ਕਿ ਹੁਣ ਜੇ ਤੂੰ ਘਰ ਆਉਣਾ ਤੇ ਤੂੰ ਇਦਾਂ ਸੁੱਕੀ ਕਿਵੇਂ ਚੱਲ ਜੇ। ਉਹਨੂੰ ਮੋੜ ਕੇ ਮਿਹਣਾ ਦਿੰਦੀ ਆ, ਕਹਿੰਦੀ ਰੱਬ ਕਰੇ ਜਦੋਂ ਹੁਣ ਤੂੰ ਘਰ ਜਾਵੇਂ ਨਾ ਤੇਰੀ ਔਲਾਦ ਵਿਹੜੇ ਦੇ ਵਿੱਚ ਮਰੀ ਹੋਈ ਤੈਨੂੰ ਮਿਲੇ। ਉਹਨੂੰ ਲੱਗਦਾ ਕਿ ਇਸ ਤੋਂ ਵੱਡੀ ਹੋਰ ਕਿਹੜਾ ਦੁੱਖ ਹੋ ਸਕਦਾ ਕਿਸੇ ਮਾਂ ਲਈ ਕਿ ਜਦੋਂ ਉਹ ਘਰ ਪਹੁੰਚੇ ਤੇ ਉਹਦੀ ਔਲਾਦ ਮਰੀ ਹੋਈ ਵਿਹੜੇ 'ਚ ਮਿਲੇ। ਉਹਨੂੰ ਲੱਗਦਾ ਕਿ ਐ ਤੂੰ ਵੀ ਹੁਣ ਕਿਵੇਂ ਚੱਲ ਜੂ। ਉਹ ਕਹਿੰਦੀ ਕਿ ਉਹਨੂੰ ਮੋੜਮਾ ਮਿਹਣਾ ਦਿੰਦੀ ਆ, ਉਹ ਕਹਿੰਦੀ ਰੱਬ ਕਰੇ
ਜਦੋਂ ਤੂੰ ਘਰ ਜਾਵੇਂ ਨਾ, ਤੇਰੇ ਘਰ ਜਾਣ ਤੇ ਤੇਰੀ ਔਲਾਦ ਤੇਰੀ ਭਾਸ਼ਾ ਨੂੰ ਭੁੱਲ ਚੁੱਕੀ ਹੋਵੇ। ਹੁਣ ਤੀ ਕਿਤੇ ਨੂੰ ਲੱਗਦਾ ਕਿ ਸ਼ਾਇਦ ਇਹ ਏਡੀ ਗੱਲ ਤੇ ਨਹੀਂ ਜਿਹੜੀ ਪਹਿਲੀ ਕਹਿਤੀ ਸੀ। ਮੈਂ ਬੜੀ ਵਾਰ ਕੋਸ਼ਿਸ਼ ਕੀਤੀ ਕਿ ਇਹਨੂੰ ਇਸ ਚ ਕੀ ਆ ਇਹੋ ਜਿਹਾ। ਉਹਦੇ ਵਿੱਚ ਉਹ ਘਟਨਾ ਚ ਇਹ ਵਾਪਰਦਾ ਹੈ ਕਿ ਉਹ ਔਰਤ ਜਦੋਂ ਇਹ ਸੁਣਦੀ ਹੈ ਕਿ ਜਿਵੇਂ ਇਹਨੇ ਮਿਹਨਤ ਦਿੱਤਾ, ਕਹਿੰਦੇ ਕਿ ਜਿਵੇਂ ਸਾਡੇ ਚੁੰਨੀ ਲੈਣੇ ਨੇ ਸਿਰ ਤੇ ਢੱਕਦੇ ਆ, ਉਹ ਇੱਕ ਛੋਟਾ ਕੱਪੜਾ ਸਿਰ ਦੇ ਉੱਤੇ ਬੰਨ੍ਹ ਕੇ ਰੱਖਦੇ ਨੇ ਲੋਕ। ਉਹ ਕਹਿੰਦੇ ਕਿ ਉਹਨੇ ਆਪਣੇ ਸਿਰ ਦਾ ਕੱਪੜਾ ਉਤਾਰੇ ਕਦਮਾਂ ਤੇ ਰੱਖਤਾ। ਉਹ ਕਹਿੰਦੀ ਭੈਣ ਕੁਝ ਵੀ ਕਹਿ ਦੇ, ਤੂੰ ਮੇਰੀ ਔਲਾਦ ਨੂੰ ਮਰਨ ਦਾ ਕਹਿਤਾ, ਪਤੀ ਨੂੰ ਮਰਨ ਦਾ ਕਹਿਤਾ, ਮੈਂ ਜਗ ਲਵਾਂਗੀ। ਮੇਰੀ ਔਲਾਦ ਮੇਰੀ ਭਾਸ਼ਾ ਭੁੱਲ ਜਾਵੇ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਬੜੀ ਵਾਰ ਸੋਚਿਆ ਕਿ ਐਡਾ ਕੀ ਵਾਪਰ ਗਿਆ ਉਹਦੇ ਵਿੱਚ। ਹਾਲਾਂਕਿ ਭੁੱਲੀ ਤਾਂ ਭਾਸ਼ਾ ਹੀ ਹੈ, ਉਹਦੇ ਵਿੱਚ ਜਿਹੜੀ ਚੀਜ਼ ਵਾਪਰਦੀ ਹੈ, ਜਿਹੜੀ ਮੈਨੂੰ ਸਮਝ ਲੱਗੀ, ਹੋ ਸਕਦਾ ਮੈਂ ਗਲਤ ਵੀ ਹੋਵਾਂ ਜਾਂ ਥੋੜਾ ਬਹੁਤਾ ਨੇੜੇ ਤੇੜੇ ਹੋਵਾਂ, ਉਹ ਇਹ ਆ ਕਿ ਜਦੋਂ ਔਲਾਦ ਨਾਲ ਸਾਡਾ ਰਿਸ਼ਤਾ, ਖਾਸ ਕਰਕੇ ਜਿਹੜਾ ਮਾਂ ਦਾ ਰਿਸ਼ਤਾ ਹੈ, ਮਾਂ ਦਾ ਰਿਸ਼ਤਾ ਔਲਾਦ ਨਾਲ ਦਿੱਤੀ ਲੋਰੀ ਤੋਂ ਆਰੰਭ ਹੋ ਕੇ ਉਸ ਭਾਸ਼ਾ ਦੇ ਨਾਲ ਹੀ ਬਣਦਾ ਹੈ ਜਿਹੜੀ ਭਾਸ਼ਾ ਮਾਂ ਨੇ ਆਪਣੇ ਪੁੱਤ ਨੂੰ ਸਿਖਾਈ ਆ ਜਾਂ ਧੀ ਨੂੰ ਸਿਖਾਈ ਆ। ਪਰ ਜੇ ਉਹ ਧੀ ਪੁੱਤ ਨੂੰ ਉਹ ਭਾਸ਼ਾ ਨਹੀਂ ਆਉਂਦੀ, ਮਾਂ ਨਹੀਂ, ਫਿਰ ਉਹ ਮਰਿਆ ਹੋਇਆ ਤੇ ਜਿੰਦਾ ਹੋਇਆ ਕੋਈ ਫਰਕ ਨਹੀਂ ਪਾਉਂਦਾ। ਘਰ ਦੇ ਵਿੱਚ ਕੋਈ ਮਰ ਜਾਵੇ, ਉਹਦਾ ਸੰਸਕਾਰ ਕਰਕੇ 4-10 ਦਿਨਾਂ 2 ਸਾਲ ਨੂੰ ਅਸੀਂ ਥੋੜਾ ਉਹ ਤੋਂ ਹੌਲੇ ਹੋ ਲੈਂਦੇ ਆ ਤੇ ਘਰ ਦੇ ਵਿੱਚ ਕੋਈ ਜਿਉਂਦੀ ਲਾਸ਼ ਤੁਰੀ ਫਿਰੇ, ਉਹਦੇ ਤੋਂ ਨਿਜਾਤ ਹਾਸਲ ਨਹੀਂ ਹੋ ਸਕਦੀ। ਇਹ ਦੁੱਖ ਏਡਾ ਵੱਡਾ ਹੈ। ਦੂਸਰੀ ਉਹਦੇ ਵਿੱਚ ਇੱਕ ਘਟਨਾ ਦਾਗਿਸਤਾਨ 'ਚ ਹੀ ਆਉਂਦੀ ਆ। ਦਾਗਿਸਤਾਨ ਦੇ ਵਿੱਚ ਜਿਹੜਾ ਉਹਦਾ ਲੇਖਕ ਹੈ ਰਸੂਲ ਹਮਜ਼ਾ ਤੋਬ, ਇਹ ਗੱਲ ਉਹਨੇ ਦਾਗਿਸਤਾਨ 'ਚ ਨਹੀਂ ਲਿਖੀ, ਦਾਗਿਸਤਾਨ ਤੋਂ ਬਾਹਰੀ ਹੈ, ਕਿਸੇ ਅਖਬਾਰ ਦੇ ਆਰਟੀਕਲ 'ਚ ਮੈਂ ਪੜ੍ਹੀ ਸੀ। ਉਹ ਕਹਿੰਦਾ ਕਿ ਇੱਕ ਵਾਰ ਮੈਂ ਨਾ ਪ੍ਰਦੇਸ਼ ਗਿਆ, ਤੇ ਜਦੋਂ ਪ੍ਰਦੇਸ਼ ਗਿਆ ਤਾਂ ਉੱਥੇ ਜਾ ਕੇ ਮੈਂ ਆਪਣਾ ਇੱਕ ਲੈਕਚਰ ਦਿੱਤਾ, ਲੋਕ ਬੜੇ ਖੁਸ਼ ਹੋਏ, ਬੜਾ ਚੰਗਾ ਲੱਗਿਆ। ਤੇ ਉੱਥੇ ਕਹਿੰਦਾ ਕਿ ਜਦੋਂ ਸਾਰਾ ਕੁਝ ਖਤਮ ਹੋ ਗਿਆ, ਮੈਂ ਮੰਚ ਤੋਂ ਥੱਲੇ ਆਇਆ ਤੇ ਮੈਨੂੰ ਉੱਥੇ ਇੱਕ ਵਿਅਕਤੀ ਮਿਲਿਆ। ਉਹ ਕਹਿੰਦਾ ਮੈਨੂੰ ਉਹਨੇ ਆ ਕੇ ਕਿਹਾ ਕਿ ਮੈਂ ਵੀ ਦਾਗਿਸਤਾਨ ਤੋਂ ਆ। ਕਹਿੰਦਾ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਪ੍ਰਦੇਸ਼ ਦੇ ਵਿੱਚ ਮੇਰਾ ਕੋਈ ਹਮਵਤਨੀ ਮਿਲਿਆ। ਕਹਿੰਦਾ ਫਿਰ ਮੈਂ ਉਹਨੂੰ ਪੁੱਛਿਆ ਕਿ ਤੂੰ ਦਾਗਿਸਤਾਨ ਦੇ ਵਿੱਚੋਂ ਕਿੱਥੋਂ, ਕਿਹੜੇ ਇਲਾਕੇ ਦਾ? ਤੇ ਕਹਿੰਦਾ ਉਹਨੇ ਉਸੇ ਹੀ ਇਲਾਕੇ ਦਾ ਨਾਮ ਲਿਆ ਜਿਸ ਇਲਾਕੇ ਦਾ ਮੈਂ ਰਹਿਣ ਵਾਲਾ ਸੀ। ਕਹਿੰਦਾ ਮੈਨੂੰ ਹੋਰ ਖੁਸ਼ੀ ਕਿ ਮੇਰੇ ਦੇਸ਼ ਦਾ, ਮੇਰੇ ਇਲਾਕੇ ਦਾ ਬੰਦਾ ਮਿਲ ਗਿਆ। ਕਹਿੰਦਾ ਫਿਰ ਜਿਵੇਂ ਅਸੀਂ ਪੁੱਛ ਲਈਦਾ ਕਿ ਇਲਾਕੇ ਦੇ ਵਿੱਚ ਅੱਗੇ ਕਿਹੜੇ ਪਿੰਡੋਂ, ਤੇ ਕਹਿੰਦਾ ਫਿਰ ਉਹਨੇ ਆਪਣੇ ਪਿੰਡ ਦਾ ਨਾਮ ਦੱਸਿਆ ਤੇ ਮੇਰੀ ਖੁਸ਼ੀ ਦੀ ਇੰਤਹਾ ਕਿ ਉਹ ਜਿਹੜਾ ਮੇਰਾ ਪਿੰਡ ਸੀ ਉਹ ਮੇਰੇ ਨਾਲ ਦੇ ਪਿੰਡ ਦਾ ਸੀ। ਕਹਿੰਦਾ ਮੈਂ ਸੋਚਾਂ ਕਿ ਇਹ ਉਹੀ ਆ ਜਿਹਦੇ ਬਾਰੇ ਅੱਜ ਤੋਂ ਕਈ ਸਾਲ ਪਹਿਲਾਂ ਇਲਾਕੇ ਦੇ ਵਿੱਚ ਇੱਕ ਖਬਰ ਘੁੰਮੀ ਸੀ ਕਿ ਇੱਕ ਨਿੱਕਾ ਜਿਹਾ ਜਵਾਕ ਗੁੰਮ ਹੋ ਗਿਆ ਤੇ ਉਹ ਦੁਬਾਰਾ ਮਿਲਿਆ ਨਹੀਂ। ਉਹ ਕਹਿੰਦਾ ਕਿ ਹਾਲਾਂਕਿ ਉਹਦੇ ਘਰਦਿਆਂ ਨੇ, ਬਹੁਤਿਆਂ ਨੇ ਮੰਨ ਲਿਆ ਹੋਇਆ ਸੀ ਕਿ ਉਹ ਕਿਤੇ ਮਰ ਮੁੱਕ ਗਿਆ ਹੋਣਾ, ਇੰਨੇ ਸਾਲ ਬੀਤ ਗਏ, ਜਿੰਦਾ ਹੁੰਦਾ ਤੇ ਹੁਣ ਤੱਕ ਵਾਪਸ ਆ ਜਾਂਦਾ, ਪਰ ਕਹਿੰਦੇ ਕਿ ਉਹਦੀ ਮਾਂ ਨੇ ਮੰਨਿਆ ਨਹੀਂ ਸੀ। ਉਹ ਕਹਿੰਦਾ ਮੈਂ ਜਾਣਦਾ ਸੀ ਕਿ ਇਹਦੀ ਮਾਂ ਨੂੰ ਉਹ ਜਿਹੜਾ ਕਿਰਿਆਕਰਮ ਕਿਸੇ ਦੇ ਮਰਨ ਤੇ ਜਿਹੜਾ ਕੀਤਾ ਜਾਂਦਾ ਹੈ, ਕਹਿੰਦਾ ਉਹਦੀ ਮਾਂ ਨੇ ਕਰਨ ਨਹੀਂ ਸੀ ਦਿੱਤਾ। ਕਹਿੰਦੀ ਮੇਰੇ ਪੁੱਤ ਦੇ ਮਰਨ ਦੀ ਖਬਰ ਨਹੀਂ ਆਈ, ਇਸ ਕਰਕੇ ਇਹ ਨਹੀਂ ਕਰਾਂਗੇ। ਤੇ ਉਹਨੂੰ ਅਜੇ ਵੀ ਉਡੀਕ ਸੀ ਕਿ ਮੇਰਾ ਪੁੱਤ ਜਿਹੜਾ ਹੈ ਕਿਤੇ ਜਿੰਦਾ ਹੋਵੇਗਾ। ਕਹਿੰਦਾ ਮੈਨੂੰ ਬੜੀ ਖੁਸ਼ੀ ਹੋਈ, ਉਹਨੂੰ ਮੈਂ ਦੱਸਿਆ ਵੀ ਤੇਰੀ ਮਾਂ ਹਾਲੇ ਵੀ ਤੈਨੂੰ ਉਡੀਕਦੀ ਆ। ਕਹਿੰਦਾ ਜਦੋਂ ਮੈਂ ਵਤਨ ਵਾਪਸ ਆਇਆ, ਇੱਕ ਅੱਧਾ ਦਿਨ ਘਰ ਰਹਿ ਕੇ ਮੈਂ ਬੜੇ ਚਾਅ ਨਾਲ ਉਸ ਘਰ ਦੇ ਵਿੱਚ ਉਹਨਾਂ ਨੂੰ ਦੱਸਣ ਗਿਆ ਕਿ ਤੁਹਾਡਾ ਮੁੰਡੇ ਬਾਰੇ। ਉਹ ਕਹਿੰਦਾ ਜਦੋਂ ਮੈਂ ਉਹਨਾਂ ਦੇ ਘਰ ਗਿਆ ਤਾਂ ਉਹਨਾਂ ਦਾ ਸਾਰਾ ਵਿਹੜਾ ਮੁਹੱਲਾ ਵੀ ਉੱਥੇ ਇਕੱਠਾ ਹੋ ਗਿਆ। ਉਹਨਾਂ ਨੂੰ ਬੜੀ ਖੁਸ਼ੀ ਹੋਈ, ਸਾਰੀ ਖਬਰ ਤੋਂ ਮੰਗੀ ਤੇ ਉਹ ਮੁੰਡੇ ਦੀ ਖਬਰ ਆਈ ਆ। ਉਹ ਕਹਿੰਦੇ ਕਿ ਉਹ ਸਾਰੇ ਪਰਿਵਾਰ ਮੈਨੂੰ ਉਹਦੀਆਂ ਗੱਲਾਂ ਪੁੱਛ ਰਹੇ ਸੀ ਤੇ ਮੈਂ ਉਹਨਾਂ ਨੂੰ ਗੱਲਾਂ ਦੱਸ ਰਿਹਾ ਸੀ ਕਿ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ, ਉੱਥੇ ਉਹਨੇ ਵਿਆਹ ਕਰਵਾ ਲਿਆ, ਉਹਦੀ ਘਰ ਵਾਲੀ ਵੀ ਹੈ, ਉਹਦੇ ਬੱਚੇ ਵੀ ਨੇ ਤੇ ਅੱਜ ਕੱਲ੍ਹ ਉਹ ਵਧੀਆ ਜ਼ਿੰਦਗੀ ਜੀ ਰਿਹਾ। ਕਹਿੰਦਾ ਉਹਦੀ ਮਾਂ ਸਾਰਾ ਕੁਝ ਇੱਕ ਸਾਈਡ ਦੇ ਉੱਤੇ ਖਲੋਤੀ ਪਹਿਲੇ ਸੁਣਦੀ ਰਹੀ। ਕਹਿੰਦਾ ਅੰਤ ਤੇ ਜਦੋਂ ਬਹੁਤਿਆਂ ਦੀ ਗੱਲਬਾਤ ਸਮਾਪਤ ਹੋ ਗਈ, ਕਹਿੰਦੇ ਉਹਨੇ ਮੇਰੇ ਨੇੜੇ ਆ ਕੇ ਮੈਨੂੰ ਇੱਕ ਸਵਾਲ ਕੀਤਾ। ਕਹਿੰਦੇ ਪੁੱਤ, ਤੁਸੀਂ ਜਦੋਂ ਆਪਸ ਵਿੱਚ ਗੱਲਬਾਤ ਕੀਤੀ, ਦਾਗਿਸਤਾਨ ਦੀ ਜਿਹੜੀ ਲੋਕਲ ਭਾਸ਼ਾ ਉਹਦਾ ਨਾਮ ਹੈ ਅਵਾਰ, ਜਿਵੇਂ ਸਾਡੀ ਪੰਜਾਬੀ ਹੈ। ਕਹਿੰਦੇ ਕਿ ਜਿਹੜੀ ਤੁਸੀਂ ਗੱਲਬਾਤ ਕੀਤੀ ਕੀ ਉਹ ਅਵਾਰ ਭਾਸ਼ਾ ਦੇ ਵਿੱਚ ਸੀ? ਕਹਿੰਦਾ ਕਿ ਮੇਰਾ ਮੱਥਾ ਟਣਕਿਆ, ਪਰ ਮੈਂ ਸੱਚ ਬਿਆਨ ਕਰ ਦਿੱਤਾ ਕਿ ਨਹੀਂ ਮਾਤਾ, ਉਹਨੂੰ ਉਹ ਭਾਸ਼ਾ ਭੁੱਲ ਚੁੱਕੀ ਹੈ ਤੇ ਸਾਡੀ ਆਪਸੀ ਗੱਲਬਾਤ ਜਿਹੜੀ ਹੈ ਇੱਕ ਦੁਭਾਸ਼ੀਏ ਦੇ ਮਾਧਿਅਮ ਨਾਲ ਹੋਈ ਸੀ। ਕਹਿੰਦਾ ਸਾਡੇ ਦਾਗਿਸਤਾਨ ਦੇ ਵਿੱਚ ਰਿਵਾਜ ਹੈ ਕਿ ਜਦੋਂ ਕਿਸੇ ਮਾਂ ਦਾ ਪੁੱਤ ਮਰ ਜਾਂਦਾ ਹੈ, ਉਹ ਆਪਣੇ ਸਿਰ ਦੇ ਕੱਪੜੇ ਨੂੰ ਲੰਬਾ ਘੁੰਡ ਵਾਂਗ ਥੱਲੇ ਖਿੱਚ ਲੈਂਦੀ ਹੈ। ਕਹਿੰਦਾ ਉਸ ਮਾਂ ਨੇ ਆਪਣੇ ਕੱਪੜੇ ਨੂੰ ਥੱਲੇ ਖਿੱਚਿਆ। ਕਹਿੰਦੀ ਪੁੱਤ ਤੈਨੂੰ ਭੁਲੇਖਾ ਲੱਗਿਆ ਹੋਣਾ, ਮੇਰਾ ਪੁੱਤ ਤਾਂ ਬਚਪਨ 'ਚ ਮਰ ਗਿਆ ਸੀ। ਸੋ ਇਹੋ ਜਿਹਾ ਪਿਆਰ ਜੇਕਰ ਸਾਨੂੰ ਸਾਡੀ ਭਾਸ਼ਾ ਦੇ ਨਾਲ ਹੈ ਤਾਂ ਕੋਈ ਔਖਾ ਨਹੀਂ ਹੈ ਕਿ ਅਸੀਂ ਆਪਣੀ ਭਾਸ਼ਾ ਨੂੰ ਭਾਵੁਕਤਾ ਦੇ ਪੱਧਰ ਤੋਂ ਉਠਾ ਕੇ ਗਿਆਨ ਦੇ ਪੱਧਰ ਤੱਕ ਜਿਹੜਾ ਹੈ ਉਹ ਲੈ ਕੇ ਜਾ ਸਕੀਏ। ਕੋਈ ਔਖੀ ਗੱਲ ਨਹੀਂ ਹੈ, ਕੋਸ਼ਿਸ਼ ਕਰਾਂਗੇ ਤਾਂ ਹਰ ਚੀਜ਼ ਸੰਭਵ ਹੈ।
ਆਪਣੀ ਗੱਲ ਦਾ ਅੰਤ ਪ੍ਰੋਫੈਸਰ ਪੂਰਨ ਸਿੰਘ ਦੇ ਉਹਨਾਂ ਸ਼ਬਦਾਂ ਦੇ ਨਾਲ ਕਰਾਂਗਾ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਆਪਣੀ ਭਾਸ਼ਾ ਨੂੰ ਤਿਆਗ ਕੇ ਕਿਸੇ ਹੋਰ ਭਾਸ਼ਾ ਨੂੰ ਅਪਣਾ ਲੈਣ ਦਾ ਮਤਲਬ ਇਹ ਹੁੰਦਾ ਹੈ ਕਿ ਸਦੀਆਂ ਤੋਂ ਉਸ ਭਾਸ਼ਾ ਨੇ ਜਿਹੜਾ ਗਿਆਨ ਤੇ ਜਿਹੜਾ ਸਫ਼ਰ ਸਾਨੂੰ ਹਿਸਟਰੀ 'ਚ ਮਾਰਚਿੰਗ ਕਰਨੀ ਦਿਖਾਇਆ ਹੈ, ਅਸੀਂ ਉਹਦੇ ਤੋਂ ਮੁਨਕਰ ਹੋ ਕੇ ਕਿਸੇ ਹੋਰ ਭਾਸ਼ਾ ਤੇ ਹੋਰ ਕਲਚਰ ਦੀ ਮਾਨਸਿਕ ਗੁਲਾਮੀ ਦੇ ਵਿੱਚ ਜਾ ਰਹੇ ਹਾਂ। ਕਹਿੰਦਾ ਇਹੋ ਜਿਹਾ ਕਾਰਜ ਕੋਈ ਮਾਨਸਿਕ ਤੌਰ ਦੇ ਉੱਤੇ ਗੁਲਾਮ ਕੌਮਾਂ ਹੀ ਕਰ ਸਕਦੀਆਂ ਹੁੰਦੀਆਂ, ਆਜ਼ਾਦ ਕੌਮਾਂ ਕਦੇ ਵੀ ਇਹੋ ਜਿਹਾ ਫੈਸਲਾ ਨਹੀਂ ਲੈ ਸਕਦੀਆਂ। ਸੋ ਇੰਨੀਆਂ ਕੁ ਬੇਨਤੀਆਂ ਨਾਲ ਫੁੱਲ ਚੁੱਕਦੀ ਕਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਬਹੁਤ ਹੀ ਮੁੱਲਵਾਨ ਵਿਚਾਰਾਂ ਨਾਲ ਵਿਦਿਆਰਥੀਆਂ ਨਾਲ ਸਾਂਝ ਪਾਈ, ਆਪਣੇ ਮੁੱਲਵਾਨ ਵਿਚਾਰਾਂ ਨਾਲ, ਤੇ ਤੁਸੀਂ ਜਿਹੜੀ ਦਾਗਿਸਤਾਨੀਆਂ ਦੀ ਉਦਾਹਰਨ ਦੇ ਕੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਸਾਨੂੰ ਆਪਣੀ ਮਾਤ ਭਾਸ਼ਾ ਨਾਲ ਜੁੜਨਾ ਚਾਹੀਦਾ ਹੈ ਤੇ ਆਪਣੀ ਮਾਤ ਭਾਸ਼ਾ ਉੱਤੇ ਸਾਨੂੰ ਗਰਵ ਹੋਣਾ ਚਾਹੀਦਾ ਹੈ। ਸਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਸਾਡੀ ਮਾਤ ਭਾਸ਼ਾ ਜਿਹੜੀ ਹੈ ਨੀਵੀਂ ਹੈ ਤੇ ਅੰਗਰੇਜ਼ੀ ਹੈ ਜਿਹੜੀ ਉਹ ਬਹੁਤ ਚੰਗੀ ਹੈ। ਅੰਗਰੇਜ਼ੀ ਤੋਤੇ ਬਣਨ ਦੀ ਥਾਂ ਤੇ ਸਾਨੂੰ ਆਪਣੀ ਭਾਸ਼ਾ ਨਾਲ ਜੁੜਨਾ, ਕਿਉਂਕਿ ਸਾਡੀ ਭਾਸ਼ਾ ਹੀ ਸਾਡੀ ਰੂਹ, ਸਾਡੇ ਸੱਧਰਾਂ, ਸਾਡੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰ ਫਿਰ। ਹੁਣ ਮੈਂ ਡਾਕਟਰ ਸਰਜੀਤ ਸਿੰਘ ਜੀ ਨੂੰ ਸੱਦਾ ਦਿੰਦੀ ਹਾਂ ਕਿ ਉਹ ਆ ਕੇ ਆਪਣੇ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਦੱਸਣ। ਡਾਕਟਰ ਸਰਜੀਤ ਸਿੰਘ। ਕਿਸੇ ਵਿਅਕਤੀ ਦੀ ਆਪਣੀ ਮਾਤ ਭਾਸ਼ਾ ਲਈ ਦ੍ਰਿੜਤਾ ਇਹੋ ਵੱਡੀ ਐਗਜ਼ਾਮਪਲ ਹੋਰ ਨਹੀਂ ਹੋ ਸਕਦੀ ਜੋ ਦਾਗਿਸਤਾਨ ਦੇ ਵਿੱਚ ਹੈ ਜਾਂ ਜਾਪਾਨੀ ਸੱਭਿਆਚਾਰ ਦੇ ਵਿੱਚ। ਜੋ ਗੱਲਾਂ ਇਹਨਾਂ ਨੇ ਕੀਤੀਆਂ ਉਹ ਕਿਤੇ ਨਾ ਕਿਤੇ ਭਾਰਤਾਂ ਦੇ ਰਸਤੇ ਤੋਂ ਹੋ ਕੇ ਵਿਵਹਾਰਿਕ ਜ਼ਿੰਦਗੀ ਚੋਂ ਗੁਜ਼ਰਦੀਆਂ ਹੋਈਆਂ ਸਾਡੇ ਲਈ ਮਾਰਗਦਰਸ਼ਨ ਮਾਰਗਦਰਸ਼ਕ ਬਣਨ ਦਾ ਰਸਤਾ ਵੀ ਤੈਅ ਕਰਨਗੀਆਂ। ਭਾਸ਼ਾ ਦਾ ਵਿਦਿਆਰਥੀ ਹੋਣ ਦੇ ਨਾਤੇ ਕੁਝ ਕੁ ਤਕਨੀਕੀ ਪੱਖ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੇ ਚਾਹਾਂਗਾ ਕਿ ਬੇਟੇ ਮਾਤ ਭਾਸ਼ਾ ਦੀ ਜ਼ਰੂਰਤ ਇੰਨੀ ਪ੍ਰਬਲ ਹੈ ਕਿਉਂ? ਕਿਉਂਕਿ ਮਾਤ ਭਾਸ਼ਾ ਆਪਾਂ ਕਨਸੈਪਟ ਲੈ ਕੇ ਆਏ ਆ। ਮੈਂ ਸਵੇਰੇ ਅੱਜ ਸਾਰੇ ਅਖਬਾਰ ਪੜ੍ਹ ਰਿਹਾ ਸੀ। ਜਦੋਂ ਪ੍ਰੈਸ਼ਰ ਹੁੰਦਾ ਤੁਹਾਡੇ ਤੇ ਬੋਲਣ ਦਾ ਤਾਂ ਤੁਹਾਨੂੰ ਥੋੜਾ ਜਿਹਾ ਅਪਡੇਟ ਹੋਣ ਦੀ ਵੀ ਨੌਬਤ ਆਉਂਦੀ ਹੈ। ਤਕਰੀਬਨ ਸਾਰੇ ਅਖਬਾਰਾਂ ਦੇ ਵਿੱਚ ਅੱਜ ਦੇ ਦਿਨ ਬਾਰੇ ਪੂਰੀ ਤਰ੍ਹਾਂ ਡਿਟੇਲਡ ਆਰਟੀਕਲ ਸਨ। ਉਹਨਾਂ ਚੋਂ ਇੱਕ ਆਰਟੀਕਲ ਮੈਨੂੰ ਬੜਾ ਪਸੰਦ ਆਇਆ, ਬਹੁਤ ਹੀ ਰਿਨਾਊਨ ਪਰਸਨੈਲਿਟੀ ਦਾ ਹੈ। ਮੈਂ ਚਲੋ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ। ਉਹ ਕਾਫੀ ਕੁਝ ਜੋ ਅਸੀਂ ਇੱਥੇ ਗੱਲ ਕਰ ਰਹੇ ਹਾਂ ਉਹਦੇ ਨੇੜੇ ਤੇੜੇ ਢੁਕਦਾ ਸੀ। ਪੰਜਾਬੀ ਦਾ ਨਾਮ ਅਖਬਾਰ ਹੈ। ਹੁਣ ਜਦੋਂ ਤੁਸੀਂ ਜਾਓਗੇ ਤਾਂ ਬਾਅਦ ਦੇਖਿਓ, ਉਹ ਐਡੀਟੋਰੀਅਲ ਪੇਜ ਤੇ ਲੱਗਾ ਹੋਊਗਾ। ਤਾਂ ਮਾਤ ਭਾਸ਼ਾ ਬੇਟੇ ਜਿਹੜਾ ਪ੍ਰਬੰਧ ਹੈ, ਡਾਕਟਰ ਸਾਹਿਬ ਨੇ ਦੱਸਿਆ ਕਿ ਪਹਿਲੇ 5 ਸਾਲਾਂ ਦੀ ਮਿਹਨਤ ਅਸੀਂ ਉਦੋਂ ਬਿਲਕੁਲ ਹੀ ਖਤਮ ਕਰ ਦਿੰਦੇ ਹਾਂ ਜਦੋਂ ਆਪਣੇ ਬੱਚੇ ਦੀ ਉਮਰ ਪੜ੍ਹ ਕੇ ਉਹਨੂੰ ਕਿਸੇ ਕਨਵੈਂਟ ਸਕੂਲ ਦੇ ਵਿੱਚ ਛੱਡ ਆਉਂਦੇ ਹਾਂ। ਪੰਜਾਬੀ ਦਾ ਅਧਿਆਪਕ ਵਿਦਿਆਰਥੀ ਹੋਣ ਦੇ ਨਾਤੇ ਕੋਸ਼ਿਸ਼ ਕਰਦਾ ਕਿ ਇਹ ਘਰ ਤੋਂ ਹੀ ਸ਼ੁਰੂਆਤ ਕੀਤੀ ਜਾਵੇ। ਮੇਰਾ ਬੱਚਾ ਛੋਟਾ, ਜਦੋਂ ਮੈਂ ਉਹਨੂੰ ਕਨਵੈਂਟ ਸਕੂਲ ਦੇ ਵਿੱਚ ਲੈ ਕੇ ਗਿਆ ਤਾਂ ਮੈਂ ਜਦੋਂ ਉਹਨੂੰ ਪੁੱਛਿਆ ਕਿ ਪੰਜਾਬੀ ਕਦੋਂ ਤੋਂ ਸ਼ੁਰੂ ਕਰੋਗੇ, ਕਹਿੰਦਾ ਜੀ ਤੀਜੀ ਤੋਂ ਸ਼ੁਰੂ ਕਰਾਂਗੇ। ਪਰ ਮੈਨੂੰ ਉਹ ਗੱਲ ਜੱਚੀ ਨਹੀਂ, ਤਾਂ ਫਿਰ ਮੈਂ ਕਿਸੇ ਦੂਜੇ ਸਕੂਲ 'ਚ ਚਲਾ ਗਿਆ। ਉਹ ਵੀ ਹੈ ਤਾਂ CBSE ਹੈ, ਤਾਂ ਉਹਨਾਂ ਨੇ ਵੀ ਤੀਜੀ ਤੋਂ ਸ਼ੁਰੂ ਕੀਤੀ। ਪਰ ਮੈਂ ਆਪਣੀ ਯੋਗਤਾ ਜਿਹੜੀ ਸੀ ਉਹਦੇ ਨਾਲ ਪਹਿਲੇ ਦਿਨ ਤੋਂ ਹੀ ਨਿਭਾ ਰਿਹਾ। ਤਾਂ ਅੱਜ ਜੇ ਸਭ ਤੋਂ ਵੱਧ ਨੰਬਰ ਉਹਦੇ ਆਉਂਦੇ ਨੇ ਤਾਂ ਉਹ ਪੰਜਾਬੀ ਚੋਂ ਹੀ ਆਉਂਦੇ ਨੇ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਪੰਜਾਬੀ ਚੋਂ ਵੱਧ ਨੰਬਰ ਲੈਂਦਾ ਤਾਂ ਠੀਕ ਲੈਂਦਾ, ਮੈਨੂੰ ਮੈਥ ਸਾਇੰਸ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਮਾਤ ਭਾਸ਼ਾ ਜ਼ਰੂਰੀ ਨਹੀਂ ਹੈ ਕਿ ਪੰਜਾਬੀ ਹੈ। ਇੱਕ ਤਾਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਸ ਖਿੱਤੇ ਦੇ ਉੱਤੇ ਕਿਸੇ ਵੀ ਭਾਸ਼ਾ ਦੇ ਵਿੱਚ ਜਨਮੇ ਵਸਨੀਕ ਲੋਕ ਰਹਿੰਦੇ ਹੋਣ, ਉਹ ਹਿੰਦੀ ਵੀ ਹੋ ਸਕਦੀ ਹੈ, ਉਹ ਉਰਦੂ ਵੀ ਹੋ ਸਕਦੀ ਹੈ, ਉਹ ਕਿਸੇ ਦੀ ਅੰਗਰੇਜ਼ੀ ਵੀ ਹੋ ਸਕਦੀ ਹੈ। ਮਾਤ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਹੜੀ ਸਾਨੂੰ ਪਰਿਵਾਰ ਦੇ ਵਿੱਚੋਂ ਜਨਮ ਸਮੇਂ ਹੀ ਮਿਲ ਜਾਂਦੀ ਹੈ। ਚਲੋ ਇਹ ਸਾਡੀ ਕਲਪਨਾ ਵੀ ਹੋ ਸਕਦੀ ਹੈ ਕਿ ਬੱਚਾ ਬਹੁਤ ਜਲਦੀ ਸਿੱਖ ਲੈਂਦਾ ਹੈ ਕਿਉਂਕਿ ਆਚਾਰ ਵਿਹਾਰ ਮਾਤਾ ਤੋਂ ਹੀ ਸਿੱਖਦਾ ਹੈ। ਉਸ ਸਮਾਜ ਦੀ ਭਾਸ਼ਾ ਜਿੱਥੇ ਬੱਚਾ ਵੱਡਾ ਹੁੰਦਾ ਹੈ ਉਸ ਦੀ ਮਾਤ ਭਾਸ਼ਾ ਹੁੰਦੀ ਹੈ। ਅਸੀਂ ਪੰਜਾਬੀ ਖਿੱਤੇ ਤੋਂ ਬਿਲੋਂਗ ਕਰਦੇ ਹਾਂ ਤਾਂ ਸਾਨੂੰ ਪੰਜਾਬੀ ਨਾਲ ਸਨੇਹ ਹੈ ਕਿਉਂਕਿ ਪੰਜਾਬੀ ਦਾ ਇੱਕ ਬਹੁਤ ਵੱਡਾ ਖੇਤਰ ਹੈ ਬੇਟੇ। ਇਹਦੇ ਵਿੱਚ ਅੱਗੇ ਫਿਰ ਡਾਇਲੈਕਟ ਉਪਭਾਸ਼ਾਵਾਂ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਸਾਨੂੰ ਪੰਜਾਬੀ ਪਿਆਰੀ ਹੈ, ਐਵੇਂ ਹੀ ਪੈਰਲਲ ਹੋਰ ਸਾਰੇ ਖਿੱਤਿਆਂ ਦੇ ਵਿੱਚ ਦੂਜੀਆਂ ਭਾਸ਼ਾਵਾਂ ਲੋਕਾਂ ਨੂੰ ਬਹੁਤ ਸਾਰੀਆਂ ਪਿਆਰੀਆਂ ਨੇ। ਜਿੱਥੋਂ ਤੱਕ ਖਤਰੇ ਦੀ ਗੱਲ ਡਾਕਟਰ ਸਾਹਿਬ ਨੇ ਦੱਸੀ ਸੀ, ਗਿਆਨ ਦੀ ਭਾਸ਼ਾ ਬਣਾਉਣੀ ਬਹੁਤ ਜ਼ਰੂਰੀ ਹੈ। ਪਰ ਪੰਜਾਬੀ ਤਾਂ ਇੰਨਾ ਤਗੜਾ ਗਿਆਨ ਪੰਜਾਬੀ ਭਾਸ਼ਾ ਦੇ ਵਿੱਚ ਉਪਲਬਧ ਹੈ ਤੇ ਚੱਲ ਵੀ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਐਗਜ਼ਾਮਪਲ ਤਾਂ ਹੈ ਹੀ ਹੈ ਸਾਡੇ ਕੋਲ, ਉਹਦੇ ਤੋਂ ਤਾਂ ਅਸੀਂ ਮਤਲਬ ਸਾਈਡ ਲਾਈਨ ਹੋ ਹੀ ਨਹੀਂ ਸਕਦੇ। ਇਹਦੇ ਕੰਪੈਰੀਟਿਵ ਮੈਂ ਇੱਕ ਗਿਆਨ ਦੀ ਭਾਸ਼ਾ ਦੀ ਉਦਾਹਰਨ ਦੇਣਾ ਚਾਹੁੰਦਾ, ਸੰਸਕ੍ਰਿਤ ਭਾਸ਼ਾ। ਸੰਸਕ੍ਰਿਤ ਦਾ ਬੋਲਬਾਲਾ ਵਿਸ਼ਵ ਦੇ ਵਿੱਚ
ਗਿਆਨ ਦੀ ਭਾਸ਼ਾ ਵਜੋਂ ਕੀਤਾ ਜਾਂਦਾ ਸੀ। ਪਰ ਮੌਜੂਦਾ ਸਥਿਤੀ ਦੇ ਵਿੱਚ ਬਹੁਤ ਥੋੜੇ ਖੇਤਰਾਂ ਦੇ ਵਿੱਚ ਸੰਸਕ੍ਰਿਤ ਦੇ ਵਿਦਵਾਨ ਤੇ ਉਹਨੂੰ ਪੜ੍ਹਨ ਵਾਲੇ ਰਹਿ ਗਏ, ਕੁਝ ਯੂਨੀਵਰਸਿਟੀਆਂ ਦੇ ਤੱਕ ਸੀਮਿਤ ਰਹਿ ਗਏ। ਕੀ ਵਰਤਾਰਾ ਵਾਪਰਿਆ ਬੇਟੇ ਇਹੋ ਜਿਹਾ ਕਿ ਗਿਆਨ ਦੀ ਭਾਸ਼ਾ ਹੋਵੇ, ਵੱਡੇ ਲੋਕਾਂ ਦੀ ਭਾਸ਼ਾ ਹੋਵੇ ਤੇ ਉਹਨੂੰ ਅੱਜ ਕੱਲ ਪੜ੍ਹਨ ਵਾਲਾ ਹੀ ਨਾ ਕੋਈ ਹੋਵੇ। ਜਿਹੜੀ ਚਿੰਤਾ ਸਰ ਨੇ, ਪ੍ਰਿੰਸੀਪਲ ਸਰ ਨੇ ਵੀ ਸਾਡੇ ਨਾਲ ਜ਼ਾਹਰ ਕੀਤੀ ਸੀ ਕਿ ਕਿਸ ਤਰ੍ਹਾਂ ਅਸੀਂ ਭਾਸ਼ਾਵਾਂ ਤੋਂ ਦੂਰ ਹੁੰਦੇ ਜਾ ਰਹੇ, ਤਾਂ ਉਹ ਸਾਡੇ ਸਾਹਮਣੇ ਇੱਕ ਵੱਡੀ ਐਗਜ਼ਾਮਪਲ ਹੈ ਬੇਟੇ ਕਿ ਜਿਹਨੂੰ ਗਿਆਨ ਦੀ ਭਾਸ਼ਾ ਦੇ ਤੌਰ ਤੇ ਵੀ ਅਸੀਂ ਵਰਤਦੇ ਹੋਈਏ ਤੇ ਉਹ ਵੀ ਭਾਸ਼ਾ ਸਾਡੇ ਖਾਕੇ ਤੋਂ ਅਲੋਪ ਹੁੰਦੀ ਜਾ। ਭਾਸ਼ਾ ਕਦੋਂ ਅਲੋਪ ਹੁੰਦੀ ਹੈ, ਭਾਸ਼ਾ ਕਦੋਂ ਵੱਧਦੀ ਹੈ, ਭਾਸ਼ਾ ਕਦੋਂ, ਇਹ ਸਾਰਾ ਸਿਸਟਮ ਡਿਸਾਈਡ ਕਰਦਾ ਸਾਡਾ ਕਲਚਰ, ਕਿਉਂਕਿ ਭਾਸ਼ਾ ਵੀ ਕਲਚਰ ਦਾ ਹੀ ਹਿੱਸਾ ਹੈ। ਜਿਹੋ ਜਿਹਾ ਸੱਭਿਆਚਾਰ ਅਸੀਂ ਫੋਲੋ ਕਰਦੇ ਆ ਉਹਦਾ ਇੱਕ ਪਾਰਟ ਹੈ ਭਾਸ਼ਾ, ਪਰ ਅਸੀਂ ਕਮਿਊਨੀਕੇਸ਼ਨ ਕਰਦੇ ਆ ਸੋ ਇਹਨੂੰ ਅਸੀਂ ਪ੍ਰਾਇੋਰਟੀ ਦਿੰਦੇ ਆ, ਸਭ ਤੋਂ ਪਹਿਲਾਂ ਤਵੱਜੋ ਦਿੰਦੇ ਆ ਕਿ ਜਿਹੋ ਜੀ ਭਾਸ਼ਾ ਅਸੀਂ ਬੋਲਦੇ ਆ ਉਹੋ ਜਿਹਾ ਚਾਰ ਵਾਰ ਅਸੀਂ ਸਿੱਖਦੇ ਆ। ਤਾਂ ਪੰਜਾਬ ਦੇ ਪਿਛਲੇ ਲੰਮੇ ਇਤਿਹਾਸ ਦੇ ਥੋੜੀ ਜਿਹੀ ਜੇ ਝਾਤ ਤੁਹਾਨੂੰ ਪਾਵਾਂ, ਜਿਵੇਂ ਸਰ ਨੇ ਬੰਗਲਾਦੇਸ਼ ਦੀ ਬੰਗਲਾ ਭਾਸ਼ਾ ਦੀ ਐਗਜ਼ਾਮਪਲ ਦੱਸੀ ਤੇ ਉਹਨਾਂ ਵਿਦਿਆਰਥੀਆਂ ਦੀ ਦ੍ਰਿੜਤਾ ਦੱਸੀ ਜਿਨ੍ਹਾਂ ਨੇ ਆਪਣੀ ਕੁਰਬਾਨੀ ਭਾਸ਼ਾ ਦੇ ਮਸਲੇ ਲਈ ਦਿੱਤੀ, ਚਾਹੇ ਉਹ ਬੰਗਲਾਦੇਸ਼ ਦੇ ਸੀ ਚਾਹੇ ਉਹ ਕਿਤੇ ਵੀ ਸੀ, ਪਰ ਹੈ ਉਹ ਵਿਦਿਆਰਥੀ ਸੀ, ਦ੍ਰਿੜ ਵਿਦਿਆਰਥੀ ਸੀ ਜਿਨ੍ਹਾਂ ਨੇ ਆਪਣੀ ਮਾਤ ਭਾਸ਼ਾ ਲਈ ਕੁਰਬਾਨੀ ਦੇਣੀ ਜਾਇਜ਼ ਸਮਝੀ। ਦੁਨੀਆ ਦੇ ਵਿੱਚ ਵੱਖਰੀ ਕਿਸਮ ਦੀ ਐਗਜ਼ਾਮਪਲ ਹੈ ਕਿ ਅਸੀਂ ਮਾਤ ਭਾਸ਼ਾਵਾਂ ਲਈ ਵੀ ਆਪਣੀ ਕੁਰਬਾਨੀ ਦਿੰਦੇ ਹਾਂ। ਅਲੱਗ-ਅਲੱਗ ਖਿੱਤਿਆਂ ਦੇ ਵਿੱਚ, ਅਲੱਗ-ਅਲੱਗ ਆਯੋਜਨਾ ਦੇ ਵਿੱਚ ਅਲੱਗ-ਅਲੱਗ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਸ਼ਾਇਦ ਤਾਂ ਹੀ ਇਹ ਦੁਨੀਆ ਜਿਹੜੀ ਹੈ ਉਹ ਉਦਾਹਰਨਾਂ ਸੈੱਟ ਕਰਦੀ ਹੈ। ਤਾਂ ਇਸ ਤਰੀਕੇ ਦੇ ਵਿੱਚ ਜਦੋਂ ਅਸੀਂ ਪਿਛਲੇ ਇਤਿਹਾਸ 'ਚ ਜਾਂਦੇ ਹਾਂ ਤਾਂ ਪੰਜਾਬ ਦਾ ਜਿਹੜਾ ਵਰਤਾਰਾ ਸੀ, ਭਾਸ਼ਾ ਬਚਦੀ ਹੈ ਬੇਟੇ ਸਤਾ ਦੀ ਭਾਸ਼ਾ ਦੇ ਨਾਲ। ਪੰਜਾਬ ਦੇ ਵਿੱਚ 1947 ਦੀ ਪਹਿਲਾਂ ਸਤਾ ਦੇ ਕੇਂਦਰਾਂ ਦੇ ਜੇ ਅਸੀਂ ਜਾਈਏ ਤਾਂ ਲਾਹੌਰ ਸਾਡਾ ਸਤਾ ਦਾ ਕੇਂਦਰ ਹੈ ਤੇ ਲਾਹੌਰ ਦੇ ਨੇੜੇ ਤੇੜੇ ਭਾਸ਼ਾ ਦੇ ਕੇਂਦਰ ਰਹਿਣਾ, ਗੁਰੂ ਨਗਰੀ ਅੰਮ੍ਰਿਤਸਰ ਨੂੰ ਵਪਾਰਕ ਕੇਂਦਰ ਦੇ ਨਾਲ ਰਹਿਣਾ, ਬਟਾਲੇ ਦਾ ਵਪਾਰਕ ਕੇਂਦਰ ਬਣੇ ਰਹਿਣਾ, ਲੋਕਾਂ ਦਾ ਕੰਮਾਂ ਕਾਰਾਂ ਦੇ ਵਿੱਚ ਉਸ ਸਤਾ ਦੇ ਕੇਂਦਰ ਨਾਲ ਜੁੜੇ ਰਹਿਣਾ ਤੇ ਉੱਥੋਂ ਭਾਸ਼ਾ ਉਪਜਦੀ ਹੈ। ਅੱਜ ਵੀ ਅਸੀਂ 4 ਉਪ-ਭਾਸ਼ਾਵਾਂ ਨੂੰ ਪੰਜਾਬ ਦੇ ਵਿੱਚ ਰਿਪਰੈਜ਼ੈਂਟ ਕਰਦੇ ਹਾਂ ਤੇ 4 ਤੋਂ ਵੱਧ ਸਾਡੀਆਂ ਭਾਸ਼ਾਵਾਂ ਜਿਹੜੀਆਂ ਨੇ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਉਪ-ਭਾਸ਼ਾਵਾਂ ਚੱਲ ਰਹੀਆਂ ਨੇ। ਪਰ ਕਿਸ ਤਰ੍ਹਾਂ ਵਕਤ ਦੇ ਵਿੱਚ ਕਿਸੇ ਵੀ ਭਾਸ਼ਾ ਦੇ ਵਿੱਚ ਬਦਲਾਅ ਆਉਣ ਦੇ ਵਿੱਚ ਕਈ ਵਾਰੀ ਰਾਜਨੀਤਿਕ ਕਾਰਨ ਵੀ ਹੁੰਦੇ ਹਨ। ਜਦੋਂ ਤੁਸੀਂ ਹੋਰ ਵੱਡੇ ਪੱਧਰ ਤੇ ਉਹਨੂੰ ਜਾਓਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹ ਰਾਜਨੀਤਿਕ ਕਾਰਨ ਕਿਸ ਤਰ੍ਹਾਂ ਦੀ ਹਲਚਲ ਪੈਦਾ ਕਰਕੇ ਕਿਸ ਭਾਸ਼ਾ ਨੂੰ ਪ੍ਰਮੋਟ ਕਰਦੇ ਹਨ ਤੇ ਕਿਸ ਤਰ੍ਹਾਂ ਉਸ ਨੂੰ ਥੱਲੇ ਲਿਜਾਣ ਦਾ ਕੰਮ ਕਰਦੇ। ਡੋਗਰੀ ਉਪਭਾਸ਼ਾ ਸਾਡੀ ਪੰਜਾਬੀ ਦੀ ਸੀ, ਉਹਦਾ ਇੱਕ ਖਾਸ ਏਰੀਆ ਹੈ ਪਠਾਨਕੋਟ ਤੋਂ ਲੈ ਕੇ ਜੰਮੂ ਤੱਕ, ਕਿਉਂਕਿ ਪੰਜਾਬ ਨਾਲ ਰਿਲੇਟਡ ਸੀ, ਥੋੜਾ ਫਰਕ ਸੀ। ਤਾਂ ਕਿਸ ਤਰ੍ਹਾਂ ਸਰਕਾਰਾਂ ਨੇ ਉਸ ਨੂੰ ਰੀਜਨਲ ਲੈਂਗੁਏਜ, ਉਹਨੂੰ ਫੁੱਲ ਫਲੈਜ ਭਾਸ਼ਾ ਦਾ ਦਰਜਾ ਦੇਣ ਦੇ ਲਈ ਉਹਦੀ ਸਕ੍ਰਿਪਟ ਹਿੰਦੀ ਸ਼ੋਅ ਕਰਵਾ ਕੇ, ਅੱਜ ਵੀ ਮੈਨੂੰ ਮੌਕਾ ਮਿਲਿਆ ਬੇਟੇ ਕਿ ਮੈਂ ਥੋੜਾ ਡੋਗਰੀ ਨੂੰ ਸਿੱਖਿਆ ਤੇ ਪੜ੍ਹਿਆ, ਡਿਪਲੋਮਾ ਕੀਤਾ, ਤਾਂ ਕਿਵੇਂ ਬਹੁਤ ਥੋੜੇ ਫਰਕ ਨਾਲ ਵਰਡ ਨੂੰ ਜਿਹੜਾ ਹੈਗਾ ਸਿਰਫ ਸਕ੍ਰਿਪਟ ਚੇਂਜ ਕਰਦੇ ਨੇ, ਗੁਰਮੁਖੀ ਤੋਂ ਆਪਣਾ ਦੇਵਨਾਗਰੀ ਦੇ ਵਿੱਚ ਲੈ ਆਉਣਾ। ਤਾਂ ਇਹ ਬਹੁਤ ਸਾਰੇ ਕਾਰਨ ਹੁੰਦੇ ਨੇ ਬੇਟੇ ਭਾਸ਼ਾਵਾਂ ਦੇ ਪਿੱਛੇ ਜਿਹੜੇ ਕੰਮ ਕਰਦੇ ਹੁੰਦੇ ਨੇ, ਪਰ ਸਾਨੂੰ ਇੱਥੇ ਕੋਈ ਐਡੇ ਖਤਰਨਾਕ ਸਿਚੁਏਸ਼ਨ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਜਿਸ ਭਾਸ਼ਾ ਨੂੰ ਪੂਰੇ ਵਿਸ਼ਵ ਦੇ ਵਿੱਚ 150 ਦੇਸ਼ਾਂ ਦੇ ਵਿੱਚ ਬੈਠੇ ਪ੍ਰਤੀਨਿਧ ਬੋਲਦੇ ਹੋਣ ਤੇ ਉਹ ਭਾਸ਼ਾ ਮਜਬੂਰੀ ਬਣ ਚੁੱਕੀ ਹੋਵੇ ਕੰਪਿਊਟਰ ਦੀ ਭਾਸ਼ਾ ਬਣਨ ਦੇ ਲਈ, ਤਾਂ ਉਹਦੇ ਤੋਂ ਅਸੀਂ ਕੋਈ ਇੰਨਾ ਡਰ ਕੇ ਤਾਂ ਨਹੀਂ ਰਹਿ ਸਕਦੇ ਵੀ ਸਾਡੀ ਭਾਸ਼ਾ ਨੂੰ ਕੁਝ ਹੋ ਰਿਹਾ। ਅੱਜ ਤੁਹਾਡਾ ਮੋਬਾਈਲ ਹੈ, ਤੁਹਾਡਾ ਕੰਪਿਊਟਰ ਹੈ, ਸੌਫਟਵੇਅਰ ਕੰਪਨੀ ਦੀ ਮਜਬੂਰੀ ਬਣ ਗਈ ਬੇਟੇ ਕਿ ਤੁਹਾਡੇ ਮੋਬਾਈਲ 'ਚ ਵੀ ਪੰਜਾਬੀ ਆਪਸ਼ਨ ਦੇਣਾ ਪੈ ਗਿਆ, ਤੁਹਾਡੇ ਕੰਪਿਊਟਰ 'ਚ ਵੀ ਆਪਸ਼ਨ ਵਿੰਡੋ 'ਚ ਦੇਣਾ ਪੈ ਗਿਆ। ਰਾਵੀ ਕੀ ਹੈ? ਪੰਜਾਬੀ ਯੂਨੀਕੋਡ, ਜਿਹੜੀ ਪੰਜਾਬੀ ਦੀ ਭਾਸ਼ਾ। ਪਰ ਜਿਸ ਤਰੀਕੇ ਨਾਲ ਅਸੀਂ ਆਪਣੀ ਭਾਸ਼ਾਵਾਂ ਨੂੰ ਸੰਭਾਲ ਰਹੇ ਹਾਂ ਤੇ ਉਹਨਾਂ ਦੇ ਨਾਲ ਚੱਲ ਰਹੇ ਹਾਂ, ਬਸ ਗਿਲਾ ਤੇ ਸ਼ਿਕਵਾ ਸਿਰਫ ਇੰਨਾ ਆ ਕਿ ਅਸੀਂ ਇੱਕ ਅੰਨੀ ਦੌੜ ਦੇ ਵਿੱਚ ਲੱਗ ਕੇ ਆਪਣੇ ਪਰਿਵਾਰ ਦੇ ਵਿੱਚ ਜਿਹੜੀਆਂ ਭਾਸ਼ਾਵਾਂ ਦਾ ਆਦਾਨ ਪ੍ਰਦਾਨ ਸੀ ਕਿਤੇ ਨਾ ਕਿਤੇ ਉੱਥੇ ਵੀ ਦੂਜੀਆਂ ਭਾਸ਼ਾਵਾਂ ਨੂੰ ਲੈ ਕੇ ਆਉਣ ਲੱਗੇ, ਕਿਉਂਕਿ ਅਸੀਂ ਵਕਤੀ ਜੇ ਹਾਂ, ਕਿਉਂਕਿ ਅਸੀਂ ਵਕਤੀ ਰੁਜ਼ਗਾਰ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਰਹੇ ਆ ਪਹਿਲਾਂ ਡਾਕਟਰ ਜਸਪਾਲ ਸਿੰਘ, ਉਹਨਾਂ ਦਾ ਅਕਸਰ ਇੱਕ ਸਲੋਗਨ ਹੁੰਦਾ ਸੀ ਪਰਿਵਾਰ ਦੀ ਭਾਸ਼ਾ, ਰੁਜ਼ਗਾਰ ਦੀ ਭਾਸ਼ਾ, ਸਰਕਾਰ ਦੀ ਭਾਸ਼ਾ, ਸਮਥਿੰਗ, ਉਹ ਮਤਲਬ ਬੋਲਦੇ ਹੁੰਦੇ ਸਨ। ਤਾਂ ਕਿਸੇ ਵੀ ਭਾਸ਼ਾ ਨੂੰ ਲਾਗੂ ਕਰਾਉਣਾ, ਉਹਦੇ ਨਾਲ ਸੰਬੰਧਿਤ ਸਮੱਗਰੀ ਉਪਲਬਧ ਕਰਵਾਉਣੀ, ਜਿੱਥੇ ਸਾਡਾ ਪਰਮ ਕਰਤੱਵ ਹੈ ਅਧਿਆਪਕਾਂ ਦਾ ਜਾਂ ਵਿਦਿਆਰਥੀਆਂ ਦਾ ਕਰਤੱਵ ਹੈ, ਉੱਥੇ ਨਾਲ ਨਾਲ ਕੁਝ ਸਰਕਾਰੀ ਨਿਯਮ ਵੀ ਨੇ। ਪਿਛਲੇ 2 ਮਹੀਨਿਆਂ ਤੋਂ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਰਿਹਾ ਹੈ ਕਿ ਅੱਜ ਵਾਲੇ ਦਿਨ ਤੱਕ ਸਾਡੇ ਪੰਜਾਬ ਦੇ ਸਾਰੇ ਜਿਹੜੇ ਸਾਈਨ ਬੋਰਡ ਨੇ ਸ਼ਾਇਦ ਉਹ ਪੰਜਾਬੀ 'ਚ ਹੋ ਜਾਣਗੇ। ਚਲੋ ਆਸ ਕਰਦੇ ਹਾਂ ਵੀ ਹੋ ਜਾਣਗੇ। ਤੇ ਜਿਵੇਂ ਕਿ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਅਖਬਾਰਾਂ ਦੇ ਵਿੱਚ ਜਾਂ ਇਦਾਂ ਦੇ ਤਰੀਕਿਆਂ ਦੇ ਵਿੱਚ ਅਸੀਂ ਉਹ ਗੱਲਾਂ ਨੂੰ ਸੁਣਦੇ ਵੀ ਹਾਂ ਤੇ ਇੰਪਲੀਮੈਂਟ ਕਰਨ ਲਈ ਆਸਵੰਦ ਵੀ ਹਾਂ, ਕਿਉਂਕਿ ਅਸੀਂ ਹਮੇਸ਼ਾ ਆਸਵੰਦ ਹੀ ਰਹਿਣਾ ਤੇ ਆਸਵੰਦ ਨਾਲ ਹੀ ਗੁਜ਼ਾਰਿਆ, ਕਿਉਂਕਿ ਪੰਜਾਬੀ ਦੀ ਤਾਂ ਖਾਸੀਅਤ ਹੀ ਬੇਟੇ ਇਹ ਆ
ਕਿ ਚੜ੍ਹਦੀ ਕਲਾ 'ਚ ਰਹਿਣਾ ਪੰਜਾਬੀ ਬੰਦੇ ਦਾ ਪ੍ਰਤੀਕ ਹੈ। ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਤੇ ਤਿਆਰ ਪਰ ਤਿਆਰ ਰਹਿਣਾ। ਉਹ ਪੰਜਾਬੀ ਦਾ ਲੈਵਲ ਕੋਈ ਇਕੱਲੇ ਇੱਕ ਕਮਿਊਨਿਟੀ ਨਾਲ ਨਹੀਂ ਜੁੜਦਾ, ਉਸ ਖਿੱਤੇ ਨਾਲ ਜੁੜਦਾ ਹੈ। ਤੇ ਉਹ ਖਿੱਤੇ 'ਚ ਬੈਠੀਆਂ ਸਾਰੀਆਂ ਸਰਬ ਸਾਂਝੀਵਾਲਤਾ ਦਾ ਜਿਹੜਾ ਉਪਦੇਸ਼ ਹੈ ਉਹ ਅਸੀਂ ਤਾਂ ਹੀ ਦੇ ਸਕਦੇ ਹਾਂ ਜੇ ਸਾਨੂੰ ਸਾਡੀ ਭਾਸ਼ਾ ਤੇ ਜ਼ਿਆਦਾ ਪਕੜ ਹੋਵੇ। ਟੈਕਨੀਕਲਟੀ ਤੇ ਮੈਂ ਗੱਲ ਕਰ ਰਿਹਾ ਸੀ ਕਿ ਭਾਸ਼ਾ ਸਿੱਖਣ ਦੇ ਲਈ ਜਿਸ ਬੱਚੇ ਨੇ 5ਵੀਂ ਬੇਟੇ ਆਪਣੀ ਮਾਤ ਭਾਸ਼ਾ ਦੇ ਵਿੱਚ ਕਰ ਲਈ, ਮਾਤ ਭਾਸ਼ਾ ਜਿਹੜੀ ਉਹਦੇ ਯਕੀਨਨ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜੇ 5ਵੀਂ ਤੱਕ ਉਹ ਬੱਚਾ ਆਪਣੀ ਮਾਤ ਭਾਸ਼ਾ ਚੰਗੇ ਤਰੀਕੇ ਨਾਲ ਸਿੱਖ ਗਿਆ, ਉਹਨੂੰ ਦੁਨੀਆ ਦੀਆਂ 3-4 ਹੋਰ ਭਾਸ਼ਾਵਾਂ ਸਿੱਖਣ ਤੋਂ ਕੋਈ ਨਹੀਂ ਰੋਕ ਸਕਦਾ। ਕਿਉਂਕਿ ਇੱਕ ਵਿਦਿਆਰਥੀ ਨੂੰ 4-5 ਭਾਸ਼ਾ ਆ ਜਾਣ ਤਾਂ ਸ਼ਾਇਦ ਉਹ ਕਾਫੀ ਦੁਨੀਆ ਦਾ ਸਾਹਿਤ, ਕਾਫੀ ਕਾਰ ਵਿਹਾਰ ਸਿੱਖ ਲੈਂਦਾ। ਹੁਣ ਅੰਗਰੇਜ਼ੀ ਸਾਡੇ ਤੇ ਗਲਬਾ ਭਾਰੂ ਕਿਉਂ ਹੋ ਗਈ? ਵਿਸ਼ਵ ਨੇ ਵਿਸ਼ਵੀਕਰਨ ਦੇ ਦੌਰ ਦੇ ਨਾਲ ਨਾਲ ਇੱਕ ਸਟੈਂਡਰਡ ਮੇਨਟੇਨ ਕੀਤਾ ਕਿ ਵਿਸ਼ਵ ਦੇ ਵਿੱਚ ਸੰਪਰਕ ਭਾਸ਼ਾ ਜਿਹੜੀ ਉਹ ਅੰਗਰੇਜ਼ੀ ਹੈ। ਸਾਰੀਆਂ ਤਰ੍ਹਾਂ ਦੀਆਂ ਇੰਸਟੀਟਿਊਸ਼ਨਸ ਨੇ ਜਿਹੜੀਆਂ ਆਪਸ ਦੇ ਵਿੱਚ ਆਦਾਨ ਪ੍ਰਦਾਨ ਕਰਦੀਆਂ ਨੇ, ਜਾਂ ਫਾਰਮਾਸਿਊਟੀਕਲ ਨੇ ਜਾਂ ਲਾ ਏਜੰਸੀਆਂ ਨੇ, ਤਾਂ ਉਹਨਾਂ ਨੇ ਇਹ ਡਿਸਾਈਡ ਕਰ ਲਿਆ ਆਪਣੇ ਲੈਵਲ ਤੇ ਕਿ ਜੇ ਕੋਈ ਦੇਸ਼ ਕਿਸੇ ਦੂਜੇ ਦੇਸ਼ ਨਾਲ ਸੰਪਰਕ ਕਰੂਗਾ ਤਾਂ ਅੰਗਰੇਜ਼ੀ 'ਚ ਕਰੂਗਾ। ਤਾਂ ਮਜਬੂਰੀ ਬਣੀ ਲੋਕਾਂ ਦੀ। ਪਰ ਜੇ ਅਸੀਂ ਆਪਣੀ ਭਾਸ਼ਾ ਦਾ ਸਾਹਿਤ ਆਪਣੀ ਭਾਸ਼ਾ 'ਚ ਪ੍ਰੋਡਿਊਸ ਕਰ ਦਈਏ, ਸਰ ਨੇ ਦੱਸਿਆ ਕਿ 1970 ਤੋਂ 80 ਤੱਕ ਜਿਹੜਾ ਡਾਟਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਬਹੁਤ ਸਾਰੀਆਂ ਕਿਤਾਬਾਂ ਲਾ ਦੀਆਂ, ਬਹੁਤ ਸਾਰੀਆਂ ਕਾਮਰਸ ਦੀਆਂ, ਬਹੁਤ ਸਾਰੀਆਂ ਸਾਇੰਸ ਦੀਆਂ ਪੰਜਾਬੀ 'ਚ ਆਈਆਂ। ਸ਼ੁਰੂਆਤੀ ਦੌਰ ਦੇ ਵਿੱਚ BSc ਜਿਹੜੀ ਹੈਗੀ ਹੈ ਮੈਡੀਕਲ ਔਰ ਨਾਨ ਮੈਡੀਕਲ, ਉਹ ਪੰਜਾਬੀ ਭਾਸ਼ਾ ਦੇ ਵਿੱਚ ਮਾਧਿਅਮ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਤੇ ਉਹਨਾਂ ਨਾਲ ਸੰਬੰਧਿਤ ਕਾਲਜਾਂ 'ਚ ਪੜ੍ਹਾਈ ਜਾਂਦੀ ਸੀ। ਉਹ ਲੋਕ ਪੰਜਾਬੀ 'ਚ ਪੜ੍ਹ ਕੇ ਡਾਕਟਰ ਵੀ ਬਣੇ, ਵਕੀਲ ਵੀ ਬਣੇ ਤੇ ਉੱਚ ਅਹੁਦਿਆਂ ਤੇ ਵੀ ਗਏ ਤੇ ਚੰਗੀ ਜਗ੍ਹਾ ਤੋਂ ਰਿਟਾਇਰ ਵੀ ਹੋਏ। ਪਰ ਇੱਕ ਐਸਾ ਗੇੜ ਆਇਆ ਕਿ ਅਸੀਂ ਗਲੋਬਲਾਈਜੇਸ਼ਨ ਦੇ ਇਹੋ ਜਿਹੀ ਰੇਸ ਦੇ ਵਿੱਚ ਸ਼ਾਮਲ ਹੋਏ ਤੇ ਆਪਣੇ ਆਪ ਸਾਡੇ ਕੋਲ ਬੇਟੇ ਅੱਜ ਵੀ ਸਾਹਿਤ ਹੈ। ਜੇ ਕੋਈ ਬੱਚਾ ਜਿਹਨੂੰ ਅੱਜ BSc ਮੈਡੀਕਲ ਨਾਨ ਮੈਡੀਕਲ ਔਖੀ ਲੱਗਦੀ ਹੈ, ਅਲਟਰਨੇਟਿਵ ਸਾਡੀ ਲਾਇਬ੍ਰੇਰੀ 'ਚ ਵੀ ਪੰਜਾਬੀ 'ਚ ਕਿਤਾਬਾਂ ਪਈਆਂ ਹੋਣਗੀਆਂ। ਤੁਸੀਂ ਦੇਖੋ ਤਾਂ ਸਹੀ ਸਹਾਇਤਾ ਲੈ ਕੇ। ਮੈਂ ਇੱਥੇ ਛੋਟਾ ਜਿਹਾ ਇੱਕ ਜ਼ਿਕਰ ਕਰਨਾ ਚਾਹੁੰਦਾ, ਇੱਕ ਐਗਜ਼ਾਮਪਲ ਹੈ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕੋਈ ਟਿਊਟਰ ਸਰਕਾਰੀ ਸਕੂਲ ਟਿਊਸ਼ਨ ਪੜਾਉਣ ਵਾਲਾ ਕੋਈ ਟੀਚਰ ਹੈ ਜਿਹੜਾ ਖੁਦ ਪੰਜਾਬੀ ਮੀਡੀਅਮ 'ਚ ਪੜ੍ਹਿਆ ਸੀ, ਵਰਨ ਉਹਦਾ ਨਾਮ ਹੈ। ਉਹ ਪੰਜਾਬੀ ਮੀਡੀਅਮ 'ਚ ਪੜ੍ਹ ਕੇ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਾਇੰਸ ਪੜਾਉਂਦਾ ਸੀ। ਉਹਦੇ ਕੋਲ ਆਪਦੇ ਸਕੂਲ ਦੇ ਬੱਚੇ ਤਾਂ ਆਉਂਦੇ ਸੀ, ਨਾਲ ਜਦੋਂ ਉਹਦੀ ਟਿਊਸ਼ਨ ਪੜਾਉਣ ਦੀ ਕੰਪੈਸਿਟੀ ਦੇਖੀ ਤਾਂ ਕਨਵੈਂਟ ਸਕੂਲਾਂ ਦੇ ਬੱਚੇ ਵੀ ਉਹਦੇ ਕੋਲ ਆ। ਕਨਵੈਂਟ ਸਕੂਲਾਂ ਦੇ ਬੱਚੇ ਜਿਹੜੇ ਫੁੱਲ ਫਲੈਜ ਅੰਗਰੇਜ਼ੀ ਮਾਧਿਅਮ 'ਚ ਸਾਇੰਸ ਪੜ੍ਹਦੇ ਸੀ, ਤਾਂ ਉਹ ਜਿੱਦਣ ਆਏ ਉਹਨੇ ਕਿਹਾ ਵੀ ਮੇਰੀ ਇੱਕ ਕੰਡੀਸ਼ਨ ਹੈ ਬੇਟੇ, ਵੀ ਮੈਂ ਤੁਹਾਨੂੰ ਅੰਗਰੇਜ਼ੀ 'ਚ ਚੰਗੀ ਸਾਇੰਸ ਨਹੀਂ ਪੜ੍ਹਾ ਸਕਦਾ, ਜੇ ਤੁਸੀਂ ਪੜ੍ਹਨੀ ਹੈ ਤਾਂ ਪੰਜਾਬੀ 'ਚ ਪੜ੍ਹੋ। ਤਾਂ ਉਹਨਾਂ ਬੱਚਿਆਂ ਨੇ ਪੜ੍ਹਨੀ ਸ਼ੁਰੂ ਕੀਤੀ। ਉਹਦਾ ਨਤੀਜਾ ਕੀ ਹੋਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਟੋਪੋਲੋਜੀ ਦੇ ਸਬਜੈਕਟ ਦੇ ਬੱਚੇ ਜਿਹੜੇ ਨੇ 2012 13 14 ਦੇ ਉਹ ਬੱਚੇ ਸੀ ਜੋ ਟੌਪਰ ਹੋਏ। ਔਨ ਰਿਕਾਰਡ ਗੱਲ ਹੈ, ਲੁਧਿਆਣਾ ਜ਼ਿਲ੍ਹੇ ਦਾ ਇੱਕ ਪੰਜਾਬੀ ਮੀਡੀਅਮ ਵਿੱਚ ਪੜ੍ਹਿਆ ਹੋਇਆ ਵਰਨ ਹੈਗਾ। ਇਹ ਮੇਰੇ ਕੋਲ ਪ੍ਰੂਫ ਹੈ ਕਿਉਂਕਿ ਮੇਰੇ ਗਾਈਡ ਡਾਕਟਰ ਜੋਗਾ ਸਿੰਘ ਨੇ ਇਹਦੇ ਤੇ ਗੱਲ ਵੀ ਕੀਤੀ ਤਾਂ ਉਹਨਾਂ ਨੇ ਮੈਨੂੰ ਇਹ ਭੇਜਿਆ। ਸੋ ਬੇਟੇ ਟੈਕਨੀਕਲਟੀ ਇਹ ਆ ਕਿ ਜੋ ਤੁਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਬੋਲ ਕਰ ਸਿੱਖ ਸਕਦੇ ਹੋ, ਉਹ ਦੂਜੀ ਭਾਸ਼ਾ 'ਚ ਨਹੀਂ ਸਿੱਖ ਸਕਦੇ। ਅੱਜ ਜਿੰਨੀਆਂ ਮਰਜ਼ੀ ਇਹਦੇ ਤੇ ਗੱਲਾਂ ਕਰ ਲਈਏ, ਜਦੋਂ ਤੱਕ ਅਸੀਂ ਨੂੰ ਆਪਣੀ ਵਿਵਹਾਰ 'ਚ ਨਹੀਂ ਲੈ ਕੇ ਆਉਂਦੇ ਉਦੋਂ ਤੱਕ ਸਾਡੇ ਕੋਲ ਕੋਈ ਉਪਲਬਧੀ ਨਹੀਂ ਹੋਊਗੀ। ਬਾਕੀ ਕੋਈ ਖਤਰਾ ਨਹੀਂ, ਤੁਸੀਂ ਲੋਕਾਂ ਨੇ ਭਾਸ਼ਾ ਬਚਾਉਣੀ ਹੈ ਤੇ ਤੁਸੀਂ ਉਹ ਖਤਮ ਕਰ ਦੇਣੀ। ਗਿਆਨ ਦੀ ਏਡੀ ਵੱਡੀ ਭਾਸ਼ਾ ਦੀ ਐਗਜ਼ਾਮਪਲ ਮੈਂ ਤੁਹਾਨੂੰ ਦੇ ਕੇ ਹਟਿਆ ਕਿਉਂਕਿ ਇਹ ਪੋਸੀਬਲ ਹੀ ਨਹੀਂ ਸੀ ਕਿ ਸੰਸਕ੍ਰਿਤ ਤੋਂ ਬਿਨਾਂ ਗਿਆਨ ਕਿਤੇ ਦੂਰ ਫੈਲ ਜਾਏ। ਕਮੀ ਕੀ ਹੋਈ ਕਿ ਗਿਆਨ ਨੂੰ ਸੀਮਿਤ ਕਰ ਲਿਆ ਗਿਆ, ਕੁਝ ਘਰਾਣਿਆਂ ਤੱਕ, ਉਹ ਜਗ੍ਹਾ ਤੱਕ ਸੀਮਿਤ ਕਰ ਲਿਆ ਗਿਆ ਕਿਉਂਕਿ ਗਿਆਨ ਦੇਣ ਦੇ ਸੋਮੇ ਧਾਰਮਿਕ ਪਲੇਸ ਬਣ ਗਏ ਤੇ ਉਹਨੂੰ ਉੱਥੇ ਸੀਮਿਤ ਕਰ ਲਿਆ। ਗਿਆਨ ਨੂੰ ਫੈਲਾਇਆ ਨਹੀਂ ਗਿਆ, ਉਹ ਗਿਆਨ ਖਤਮ ਹੋ ਗਿਆ, ਉਹ ਭਾਸ਼ਾ ਵੀ ਖਤਮ ਹੋ ਗਈ। ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਕਿ ਮੈਂ ਜਾ ਚੁੱਕਾ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।